मेहरवान दाता करो मेहर अपनी, बख्श लहो मैं कर्मां दा मारिया। ला के चरना दे नाल प्यार बख्शो, दर दर तो मैं दरकारिया। गुनाहगारां दे तू गुनाह बख्शे, सोभा सुन तेरी मैं झुकिया आन इत्थे। मेरी अरज कबूलो समरथ सतगुर, अमरजीत नू बख्शना मान इत्थे। शब्द गुरु है गुरु समरथ जानी, तिनी वाहो के लुट भंडार इत्थे। दया पाउंदी है इस दरबार अंदर, अमरजीत नहीं पाउंदा हंकार इत्थे। मान जिन्ना दे चुकदे इस दर ते, ओह जग ते मान कमा जांदे। भाई लालो जहे झोलियां भरन इथों, मलक भागो जहे सब कुछ गवा जांदे। नानक गुरु जी बानी सिख मत दे, कीते कल्याण जिन्ना सर बत दे। कीते कल्याण जिन्ना सर बत दे। रूहां निरंकारियां नू जग पूजदा, रब दे पुजारियां नू जग पूजदा। रब दे पुजारियां नू जग पूजदा। नानक गुरु जी बानी सिख मत दे, कीते कल्याण जिन्ना सर बत दे। कीते कल्याण जिन्ना सर बत दे। रूहां निरंकारियां नू जग पूजदा, रब दे पुजारियां नू जग पूजदा। रब दे पुजारियां नू जग पूजदा। मन के हुक्म लैना लैणेदार जी, बन गया अंगद जन्म सवार जी। बन गया अंगद जन्म सवार जी। लेगा वड्डियाई मालक जो सूझदा, रब दे पुजारियां नू जग पूजदा। रब दे पुजारियां नू जग पूजदा। मोढे उत्ते नित गागर टकावदे, मोढे उत्ते नित गागर टकावदे। 12 साल सेवा नेम ना कमावदे। 12 साल सेवा नेम ना कमावदे। ताइयों काला पारियां नू जग पूजदा, रब दे पुजारियां नू जग पूजदा। रब दे पुजारियां नू जग पूजदा। धन गुरु रामदास अखवाया है, अमृत सार जिन्ना ने वसाया है जी। अमृत सार जिन्ना ने वसाया है। सच्चियां विहारियां नू जग पूजदा, रब दे पुजारियां नू जग पूजदा। जी रब दे पुजारियां नू जग पूजदा। शांति दा पुंज तवी ते बिठाया है, सिर नाल जिन्ना धर्म निभाया है।
ਸਿਰ ਨਾਲ ਜਿਨ੍ਹਾਂ ਧਰਮ ਨਿਭਾਇਆ ਹੈ। ਉਹਦੇ ਕੀ ਲਾਈਆਂ ਤਾਰੀਆਂ ਨੂੰ ਜੱਗ ਪੂਜਦਾ, ਰੱਬ ਦੇ ਪੁਜਾਰੀਆਂ ਨੂੰ ਜੱਗ ਪੂਜਦਾ, ਰੱਬ ਦੇ ਪੁਜਾਰੀਆਂ ਨੂੰ ਜੱਗ ਪੂਜਦਾ। ਜ਼ੁਲਮ ਖਿਲਾਫ ਕਰਨੀ ਲੜਾਈ ਹੈ, ਫੌਜ ਛੇਵੇਂ ਗੁਰਾਂ ਆਪਣੀ ਬਣਾਈ ਹੈ, ਫੌਜ ਛੇਵੇਂ ਗੁਰਾਂ ਆਪ ਦੀ ਬਣਾਈ ਹੈ। ਮੀਰੀ ਪੀਰੀ ਤਾਰੀਆਂ ਨੂੰ ਜੱਗ ਪੂਜਦਾ ਜੀ, ਮੀਰੀ ਪੀਰੀ ਤਾਰੀਆਂ ਨੂੰ ਜੱਗ ਪੂਜਦਾ, ਰੱਬ ਦੇ ਪੁਜਾਰੀਆਂ ਨੂੰ ਜੱਗ ਪੂਜਦਾ, ਰੱਬ ਦੇ ਪੁਜਾਰੀਆਂ ਨੂੰ ਜੱਗ ਪੂਜਦਾ। ਹਰ ਰਾਏ ਗੁਰੂ ਤਲਵਾਰ ਧਾਰੀ ਜੀ, ਸ਼ਾਂਤੀ ਦੇ ਨਾਲ ਜ਼ਿੰਦਗੀ ਗੁਜ਼ਾਰੀ ਜੀ, ਸ਼ਾਂਤੀ ਦੇ ਨਾਲ ਜ਼ਿੰਦਗੀ ਗੁਜ਼ਾਰੀ ਜੀ। ਨਾਮਦੇਵ ਵਪਾਰੀਆਂ ਨੂੰ ਜੱਗ ਪੂਜਦਾ, ਰੱਬ ਦੇ ਪੁਜਾਰੀਆਂ ਨੂੰ ਜੱਗ ਪੂਜਦਾ ਜੀ, ਰੱਬ ਦੇ ਪੁਜਾਰੀਆਂ ਨੂੰ ਜੱਗ ਪੂਜਦਾ। ਗੂੰਗਿਆਂ ਤੋਂ ਅਰਥ ਕਰਾਏ ਜਿਨ੍ਹਾਂ ਨੇ, ਗੂੰਗਿਆਂ ਤੋਂ ਅਰਥ ਕਰਾਏ ਜਿਨ੍ਹਾਂ ਨੇ, ਰੋਗੀਆਂ ਦੇ ਰੋਗ ਸੀ ਹਟਾਏ ਜਿਨ੍ਹਾਂ ਨੇ, ਰੋਗੀਆਂ ਦੇ ਰੋਗ ਸੀ ਹਟਾਏ ਜਿਨ੍ਹਾਂ ਨੇ। ਦਰਦ ਨਵਾਰੀਆਂ ਨੂੰ ਜੱਗ ਪੂਜਦਾ, ਰੱਬ ਦੇ ਪੁਜਾਰੀਆਂ ਨੂੰ ਜੱਗ ਪੂਜਦਾ, ਰੱਬ ਦੇ ਪੁਜਾਰੀਆਂ ਨੂੰ ਜੱਗ ਪੂਜਦਾ। ਲੁੱਟੇ ਗਏ ਪੰਡਤਾਂ ਨੇ ਮਾਰੀ ਤਾਂ ਹੈ, ਨੌਵੇਂ ਗੁਰਾਂ ਦੁਖੀਆਂ ਦੀ ਫੜੀ ਬਾਂਹ ਹੈ, ਨੌਵੇਂ ਗੁਰਾਂ ਦੁਖੀਆਂ ਦੀ ਫੜੀ ਬਾਂਹ ਹੈ। ਉੱਚੇ ਕਰਦਾਰੀਆਂ ਨੂੰ ਜੱਗ ਪੂਜਦਾ, ਰੱਬ ਦੇ ਪੁਜਾਰੀਆਂ ਨੂੰ ਜੱਗ ਪੂਜਦਾ ਜੀ, ਰੱਬ ਦੇ ਪੁਜਾਰੀਆਂ ਨੂੰ ਜੱਗ ਪੂਜਦਾ। ਇਹ ਜੀ ਬਾਜਾਂ ਵਾਲੇ ਗੁਰਾਂ ਸਰ ਬਨ ਸਵਾਰਿਆ, ਪੁੱਤਾਂ ਨਾਲੋਂ ਵੱਧ ਪੰਥ ਨੂੰ ਪਿਆਰਿਆ, ਪੁੱਤਾਂ ਨਾਲੋਂ ਵੱਧ ਪੰਥ ਨਾ ਪਿਆਰਿਆ। ਪਰ ਉਪਕਾਰੀਆਂ ਨੂੰ ਜੱਗ ਪੂਜਦਾ, ਰੱਬ ਦੇ ਪੁਜਾਰੀਆਂ ਨੂੰ ਜੱਗ ਪੂਜਦਾ, ਰੱਬ ਦੇ ਪੁਜਾਰੀਆਂ ਨੂੰ ਜੱਗ ਪੂਜਦਾ। ਇਹ ਜੀ ਕਵੀ ਜਰਨੈਲ ਸਿੰਘ ਜਥੇਦਾਰ ਜੀ, ਕਰਦਾ ਰਿਹਾ ਜੋ ਸਿੱਖੀ ਪ੍ਰਚਾਰ ਜੀ, ਉਹ ਕਰਦਾ ਰਿਹਾ ਜੋ ਸਿੱਖੀ ਪ੍ਰਚਾਰ ਜੀ। ਐਸਿਆਂ ਲਿਖਾਰੀਆਂ ਨੂੰ ਜੱਗ ਪੂਜਦਾ, ਐਸਿਆਂ ਲਿਖਾਰੀਆਂ ਨੂੰ ਜੱਗ ਪੂਜਦਾ, ਰੱਬ ਦੇ ਪੁਜਾਰੀਆਂ ਨੂੰ ਜੱਗ ਪੂਜਦਾ, ਰੱਬ ਦੇ ਪੁਜਾਰੀਆਂ ਨੂੰ ਜੱਗ ਪੂਜਦਾ। ਪਰਮ ਸਨਮਾਨਯੋਗ ਸਤਿਕਾਰਯੋਗ ਗੁਰੂ ਸਵਾਰੇ ਖਾਲਸਾ ਜੀ, ਅੱਜ ਦੇ ਦੀਵਾਨ ਵਿੱਚ ਕੌਮ ਦੇ ਮਹਾਨ ਕਵੀਸ਼ਰ ਭਾਈ ਸਾਹਿਬ ਭਾਈ ਜਰਨੈਲ ਸਿੰਘ ਸਾਹਿਬ ਜੀ ਸੱਚਖੰਡ ਵਾਸੀ, ਉਹਨਾਂ ਦਾ ਕਵੀਸ਼ਰ ਜਥਾ ਭਾਈ ਸਾਹਿਬ ਭਾਈ ਭਗਵਾਨ ਸਿੰਘ ਜੀ ਗਿੱਲ, ਭਾਈ ਸਾਹਿਬ ਭਾਈ ਮੇਜਰ ਸਿੰਘ ਸਾਹਿਬ ਜੀ ਗਿੱਲ ਸੁਭਰਾਵਾਂ ਵਾਲੇ, ਔਰ ਪ੍ਰਚਾਰਕ ਭਾਈ ਅਮਰਜੀਤ ਸਿੰਘ ਜੀ ਸੁਭਰਾ, ਆਪ ਜੀ ਦੇ ਪਾਵਨ ਪਵਿੱਤਰ ਚਰਨਾਂ ਦੇ ਵਿੱਚ ਇੱਕ ਕੈਸਟ ਭੇਂਟ ਕਰਨ ਜਾ ਰਹੇ ਨੇ, ਜਿਹਦਾ ਨਾਮ ਹੈ ਸਿੱਖੀ ਜਜ਼ਬਾ। ਸਾਧ ਸੰਗਤ ਜੀ, ਅੱਜ ਦੇ ਦੀਵਾਨ ਦੇ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਇਤਿਹਾਸ ਵਿੱਚੋਂ ਸਤਿਗੁਰਾਂ ਦਾ ਇੱਕ ਮਹਾਨ ਕੌਤਕ ਤੁਹਾਡੇ ਨਾਲ ਸਾਂਝਾ ਕਰਨਾ ਹੈ। ਆਓ ਸਾਧ ਸੰਗਤ, ਵਿਚਾਰਾਂ ਦੀ ਸਾਂਝ ਪਾਉਣ ਤੋਂ ਪਹਿਲਾਂ ਸਾਡੀ ਤੇ ਆਪਣੀ ਹਾਜ਼ਰੀ ਦਾਤਾ ਜੀ ਦੇ ਚਰਨਾਂ ਵਿੱਚ ਲਵਾਓ। ਇੱਕੇ ਵਾਰ ਕਹਿਣ ਤੇ ਗੱਜ ਵੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਬੰਸ ਦਾਨੀ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ, ਜਿਨ੍ਹਾਂ ਦਾ ਸਮੁੱਚਾ ਹੀ ਜੀਵਨ ਸਿੱਖ ਕੌਮ ਦੀ ਭਲਾਈ ਵਾਸਤੇ ਗੁਜ਼ਰਿਆ ਹੈ, ਇਤਿਹਾਸ ਦੇ ਪਾਵਨ ਪਵਿੱਤਰ ਪੰਨਿਆਂ ਦੇ ਉੱਪਰ ਦਰਜ ਹੈ ਕਿ ਸਰਸਾ ਨਦੀ ਦੇ ਉੱਪਰ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦਾ ਪਰਿਵਾਰ ਵਿਛੜ ਚੁੱਕਾ ਹੈ, ਔਰ ਪਰਿਵਾਰ ਵਿਛੋੜੇ ਤੋਂ ਬਾਅਦ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਨੇ, ਇਤਿਹਾਸ ਕਹਿੰਦਾ, ਚਮਕੌਰ ਦੀ ਜੰਗ ਲੜੀ ਹੈ। ਚਮਕੌਰ ਦੀ ਜੰਗ ਲੜਨ ਤੋਂ ਬਾਅਦ ਦਾਤਾਰ ਮਾਲਵੇ ਦੀ ਧਰਤੀ ਤੇ ਵਿਚਰਦੇ ਨੇ। ਕਹਿੰਦੇ ਨੇ ਸਿੱਖੀ ਦਾ ਪ੍ਰਚਾਰ ਕਰਦਿਆਂ ਕਰਦਿਆਂ ਦਾਤਾਰ ਪਾਤਸ਼ਾਹ ਮਾਲਵੇ ਦੇ ਪੱਕੇ ਪਿੰਡ ਵਿੱਚ ਜਾ ਕੇ ਬਿਰਾਜਮਾਨ ਹੋਏ ਨੇ। ਉੱਥੇ ਸੰਗਤਾਂ ਆਉਂਦੀਆਂ, ਸਤਿਗੁਰਾਂ ਦੇ ਦਰਸ਼ਨ ਦੀਦਾਰੇ ਕਰਦੀਆਂ। ਕਹਿੰਦੇ ਨੇ ਇੱਕ ਵਕਤ ਦਾ ਚੌਧਰੀ, ਜਿਹਦੇ ਕੋਲਾਂ 84 ਪਿੰਡਾਂ ਦੀ ਜ਼ਮੀਨ
ਬੜੀ ਵੱਡੀ ਜਾਗੀਰ ਹੈ। 500 ਘੋੜ ਸਵਾਰ ਉਸ ਚੌਧਰੀ ਦੀ ਕਮਾਨ ਦੇ ਥੱਲੇ ਉਹਦੇ ਪਰਗਣੇ ਦੀ ਰਾਖੀ ਕਰਨ ਵਾਸਤੇ ਵਕਤ ਦੀ ਸਰਕਾਰ ਨੇ ਉਹਨੂੰ ਦਿੱਤਾ ਹੋਇਆ ਹੈ। ਚੌਧਰੀ ਘੋੜੇ ਤੇ ਸਵਾਰ ਸੀ, ਨਾਲ ਉਹਦੇ ਕਰਿੰਦੇ ਸਿਪਾ ਸਲਾਰ ਉਹਦੇ ਨਾਲ ਸਨ। ਉਹ ਅਪੜਿਆ ਹੈ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਦੇ ਵਿੱਚ। ਦਾਤਾਰ ਨੂੰ ਸ਼ਰਧਾ ਦੇ ਨਾਲ ਚੌਧਰੀ ਨੇ ਨਮਸਕਾਰ ਕੀਤੀ ਹੈ, ਪਾਇਆ ਹੈ ਗਲ ਵਿੱਚ ਪੱਲਾ। ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਦੇ ਸਾਹਮਣੇ ਵਕਤ ਦਾ ਮਹਾਨ ਚੌਧਰੀ 84 ਪਿੰਡਾਂ ਦਾ ਮਾਲਕ ਇੱਕ ਬੇਨਤੀ ਜਿਵੇਂ ਕਰਦਾ ਹੈ, ਆਓ ਸਭਰਾਵਾਂ ਵਾਲੇ ਜਥੇ ਦੀ ਜ਼ਬਾਨੀ ਇਉਂ ਸੁਣੋ ਜੀ। ਜਦ ਡੱਲੇ ਨੇ ਸੁਣਿਆ ਸਤਿਗੁਰ ਪੱਕੇ ਪਿੰਡ ਪਧਾਰੇ, ਸ਼ਰਧਾ ਦੇ ਨਾਲ ਕਰੇ ਬੇਨਤੀ ਹੱਥ ਬਨ ਅਰਜ ਗਜਾਰੇ। ਆ ਡੱਲੇ ਨੇ ਕਰੀ ਬੇਨਤੀ ਗਲ ਵਿੱਚ ਪੱਲਾ ਪਾ ਕੇ, ਚਰਨ ਮੁਬਾਰਕ ਪਾਓ ਪਾਤਸ਼ਾਹ ਮੇਰੇ ਨਗਰ ਆ ਕੇ। ਰੀਝ ਹੈ ਮੇਰੇ ਮਨ ਦੀ ਦਾਤਾ ਰੱਜ ਕੇ ਸੇਵਕ ਮਾਵਾਂ, ਆਪਣੇ ਘਰ ਪ੍ਰਸ਼ਾਦ ਬਣਾ ਕੇ ਸੰਗਤਾਂ ਤਾਈਂ ਛਕਾਵਾਂ। ਬਣ ਜਾਵਾਂ ਵੱਡ ਭਾਗ ਮੈਂ ਵੀ ਜੀਵਨ ਸਫਲ ਬਣਾ ਕੇ, ਚਰਨ ਮੁਬਾਰਕ ਪਾਓ ਪਾਤਸ਼ਾਹ ਮੇਰੇ ਨਗਰ ਆ ਕੇ। ਸਾਪੋ ਕੀ ਤਲਵੰਡੀ ਦੇ ਵਿੱਚ ਸੰਗਤ ਕਰੇ ਉਡੀਕਾਂ, ਕਦ ਨਗਰ ਵਿੱਚ ਆਵਨ ਸਤਿਗੁਰ ਜਦ ਉਹ ਮੁਕਣ ਤਰੀਕਾਂ। ਉਹ ਰਹਿਮਤ ਦੇ ਨਾਲ ਨਗਰ ਦੀਨਾ ਜਿੱਦਾਂ ਆਏ ਵੱਡਿਆ ਕੇ, ਚਰਨ ਮੁਬਾਰਕ ਪਾਓ ਪਾਤਸ਼ਾਹ ਮੇਰੇ ਨਗਰ ਆ ਕੇ। ਅਨੰਦਪੁਰ ਨੂੰ ਛੱਡਣ ਤੋਂ ਬਾਅਦ ਜੋ ਵਾਪਰੇ ਭਾਣੇ, ਹੱਲਾ ਕਰਤਾ ਆ ਦੁਸ਼ਮਣ ਨੇ ਤੁਹਾਡੇ ਤੇ ਖਦਰਾਂ ਨੇ। ਮਹਾਂ ਸਿੰਘ ਪਾ ਗਿਆ ਸ਼ਹੀਦੀ ਟੁੱਟੀ ਨੂੰ ਗੰਢਵਾ ਕੇ, ਚਰਨ ਮੁਬਾਰਕ ਪਾਓ ਪਾਤਸ਼ਾਹ ਮੇਰੇ ਨਗਰ ਆ ਕੇ। ਰਸਤੇ ਵਿੱਚ ਅਣਹੋਈਆਂ ਹੋਈਆਂ, ਰਸਤੇ ਵਿੱਚ ਅਣਹੋਈਆਂ ਹੋਈਆਂ ਦਾਤਾ ਜੋ ਘਟਨਾਵਾਂ, ਧੰਨ ਧੰਨ ਤੇਰਾ ਜਿਗਰਾ ਸਤਿਗੁਰ ਮੈਂ ਬਲਹਾਰੇ ਜਾਵਾਂ। ਉਹ ਕੁਝ ਨਾ ਰੱਖਿਆ ਸਿੱਖ ਕੌਮ ਤੂੰ ਦਾਤਾ ਤੁਸੀਂ ਲਕਾ ਕੇ, ਚਰਨ ਮੁਬਾਰਕ ਪਾਓ ਪਾਤਸ਼ਾਹ ਮੇਰੇ ਨਗਰ ਆ ਕੇ। ਮੇਰੇ ਘਰ ਵਿੱਚ ਕਰੋ ਟਿਕਾਣਾ ਰੀਝ ਹੈ ਮੇਰੇ ਦਿਲ ਦੀ, ਐਸੀ ਘੜੀ ਸੁਭਾਗੀ ਚੰਗਿਆਂ ਕਰਮਾਂ ਦੇ ਨਾਲ ਮਿਲਦੀ। ਮੈਂ ਸ਼ਰਧਾ ਨਾਲ ਕਰਾਂ ਬੇਨਤੀ ਦਾਤਾ ਸੀਸ ਝੁਕਾ ਕੇ, ਚਰਨ ਮੁਬਾਰਕ ਪਾਓ ਪਾਤਸ਼ਾਹ ਮੇਰੇ ਨਗਰ ਆ ਕੇ। ਤਾਰ ਦਿਓ ਡੁੱਬਿਆਂ ਨੂੰ ਸਤਿਗੁਰ ਦੁਖੀਆਂ ਦੇ ਰਖਵਾਲੇ, ਸਿੱਖ ਸੰਗਤ ਤੇ ਸੈਨਾ ਲੈ ਕੇ ਜਲਦੀ ਪਾ ਦਿਓ ਚਾਲੇ। ਖੁਸ਼ੀਆਂ ਦੇ ਨਾਲ ਭਰ ਦਿਓ ਝੋਲੀ ਦਾਸਣ ਖੜਾ ਫਲਾ ਕੇ, ਚਰਨ ਮੁਬਾਰਕ ਪਾਓ ਪਾਤਸ਼ਾਹ ਮੇਰੇ ਨਗਰ ਆ ਕੇ। ਸੰਗਤਾਂ ਬਹੁਤ
ਅਤਾਵਲੀਆਂ ਨੇ ਦਰਸ਼ ਤੁਸਾਂ ਦਾ ਪਾਉਣਾ। ਅਮਰਜੀਤ ਸਿੰਘ ਕਰੇ ਬੇਨਤੀ ਚਰਨਾਂ ਦੇ ਨਾਲ ਲਾਉਣਾ। ਕਹੇ ਮੇਜਰ ਭਗਵੰਤ ਸਭਾ ਵਿੱਚ ਜਸ ਤੁਸਾਂ ਦਾ ਗਾ ਕੇ, ਚਰਨ ਮੁਬਾਰਕ ਪਾਓ ਪਾਤਸ਼ਾਹ ਮੇਰੇ ਨਗਰ ਆ ਕੇ। ਚੌਧਰੀ ਡੱਲੇ ਨੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਗਲ ਵਿੱਚ ਪੱਲਾ ਪਾ ਕੇ ਬੇਨਤੀ ਕੀਤੀ, ਤਰਲਾ ਮਾਰਿਆ ਦੀਨ ਦੁਨੀਆ ਦੇ ਮਾਲਕਾ, ਇਥੋਂ 7 ਕੋਹ ਦੂਰ ਮੇਰਾ ਪਿੰਡ ਸਾਬੋ ਕੀ ਤਲਵੰਡੀ ਹੈ, ਕਿਰਪਾ ਕਰੋ ਸਾਡੇ ਨਗਰ ਦੀਆਂ ਸੰਗਤਾਂ ਤੁਹਾਡੇ ਦਰਸ਼ਨਾਂ ਦੀਆਂ ਉਤਾਵਲੀਆਂ ਨੇ। ਸੇਵਕ ਦੇ ਗ੍ਰਹਿ ਵਿਖੇ ਆਪਣੇ ਚਰਨ ਪਾ ਕੇ ਗਰੀਬਾਂ ਨੂੰ ਨਵਾਜ ਦਿਓ। ਦੀਨ ਦੁਨੀਆ ਦੇ ਮਾਲਕ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੇ ਚੌਧਰੀ ਡੱਲੇ ਦੇ ਤਰਲੇ ਨੂੰ ਪ੍ਰਵਾਨ ਕੀਤਾ ਹੈ। ਕਰਕੇ ਤਿਆਰੀ ਚੌਧਰੀ ਡੱਲੇ ਦੇ ਨਾਲ ਸਾਥੀਆਂ ਸਮੇਤ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਸਾਬੋ ਕੀ ਤਲਵੰਡੀ ਅੱਪੜੇ ਹੈ। ਪੱਕੇ ਪਿੰਡ ਤੋਂ ਸਾਬੋ ਕੀ ਤਲਵੰਡੀ ਦਾ ਸਫ਼ਰ ਜਿਹੜਾ ਹੈ ਉਹ 7 ਕੋਹ ਬਣਦਾ ਹੈ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਸਾਬੋ ਕੀ ਤਲਵੰਡੀ ਚੌਧਰੀ ਡੱਲੇ ਦੇ ਘਰ ਵਿੱਚ ਅੱਪੜ ਚੁੱਕੇ ਹੈ। ਇਤਿਹਾਸ ਕਹਿੰਦਾ ਹੈ ਚੌਧਰੀ ਡੱਲੇ ਨੇ ਬੜੀ ਸ਼ਰਧਾ ਦੇ ਨਾਲ, ਬੜੇ ਪਿਆਰ ਦੇ ਨਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਉਹਨਾਂ ਦੀਆਂ ਫੌਜਾਂ ਵਾਸਤੇ ਜਲ ਪਾਣੀ ਦਾ ਪ੍ਰਬੰਧ ਕੀਤਾ ਹੈ। 5 ਦਿਨ ਲਗਾਤਾਰ ਚੌਧਰੀ ਡੱਲੇ ਦੇ ਗ੍ਰਹਿ ਵਿਖੇ ਪ੍ਰਸ਼ਾਦਾ ਪਾਣੀ ਬਣਦਾ ਰਿਹਾ। ਸਤਿਗੁਰੂ ਜੀ ਔਰ ਗੁਰੂ ਦੀਆਂ ਸੰਗਤਾਂ ਛਕਦੀਆਂ ਰਹੀਆਂ। ਇਧਰ ਪੂਰੇ ਹਿੰਦੁਸਤਾਨ ਦੇ ਕੋਨੇ-ਕੋਨੇ ਤੱਕ ਇਹ ਖਬਰਾਂ ਉੱਪੜ ਚੁੱਕੀਆਂ ਸਨ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦਾ ਪਰਿਵਾਰ ਜਿਹੜਾ ਹੈ ਉਹ ਕੌਮ ਤੋਂ ਕੁਰਬਾਨ ਹੋ ਚੁੱਕਾ ਹੈ। ਦਾਤਾਰ ਦੇ ਵੱਡੇ ਪੁੱਤਰ ਚਮਕੌਰ ਦੇ ਯੁੱਧ ਵਿੱਚ ਸ਼ਹੀਦ ਹੋ ਚੁੱਕੇ ਨੇ। ਛੋਟੇ ਸਾਹਿਬਜ਼ਾਦੇ ਸਰਹੰਦ ਦੀਆਂ ਨੀਹਾਂ ਵਿੱਚ ਵਜੀਦ ਖਾਂ ਸਰਹੰਦ ਵਾਲੇ ਨੇ ਚਿਣ ਦਿੱਤੇ ਹੈ। ਖਬਰਸਾਰ ਲੈਣ ਵਾਸਤੇ, ਸਤਿਗੁਰਾਂ ਦੇ ਦਰਸ਼ਨ ਦੀਦਾਰੇ ਕਰਨ ਵਾਸਤੇ ਹਿੰਦੁਸਤਾਨ ਦੇ ਕੋਨੇ-ਕੋਨੇ ਵਿੱਚੋਂ ਸਿੱਖ ਸੰਗਤ ਜਿਹੜੀ ਹੈ ਉਹ ਸਾਬੋ ਕੀ ਤਲਵੰਡੀ ਅੱਪੜਨੀ ਸ਼ੁਰੂ ਹੋ ਗਈ ਹੈ। ਮਹਾਰਾਜ ਨੇ ਆਖਿਆ ਡੱਲਿਆ ਤੇਰੇ ਘਰ ਜਗ੍ਹਾ ਥੋੜੀ ਹੈ, ਇਸ ਕਰਕੇ ਬਾਹਰ ਸ਼ਾਹੀ ਸ਼ਮਿਆਨੇ ਲਾ ਦਿੱਤੇ ਜਾਣ, ਜਿੱਥੇ ਗੁਰੂ ਕੇ ਦਰਬਾਰ ਵਿੱਚ ਸੰਗਤ ਬੈਠ ਕੇ ਸਤਿਗੁਰਾਂ ਦੀ ਬਾਣੀ ਔਰ ਗੁਰੂ ਨਾਨਕ ਦੇ ਦਰ ਦੇ ਨਾਲ ਜੁੜ ਸਕੇ। ਚੌਧਰੀ ਡੱਲੇ ਨੇ ਸਾਰਾ ਖਰਚਾ ਆਪਣੀ ਜੇਬ ਵਿੱਚੋਂ ਕੀਤਾ। ਬਾਹਰ ਖੁੱਲੇ ਥਾਂ ਦੇ ਉੱਪਰ ਬੜਾ ਵੱਡਾ ਪੰਡਾਲ ਸਜਿਆ ਹੈ। ਮਹਾਰਾਜ ਰੋਜ਼ਾਨਾ ਦੀਵਾਨ ਸਜਾਉਂਦੇ ਨੇ। ਗੁਰਮਤਿ ਵਿਚਾਰਾਂ ਦਾ ਪ੍ਰਵਾਹ ਚੱਲਦਾ ਹੈ। ਸਿੱਖ ਸੰਗਤ ਦਰਸ਼ਨ ਦੀਦਾਰੇ ਕਰਕੇ ਨਿਹਾਲ ਹੁੰਦੀ ਹੈ। ਇਤਿਹਾਸ ਵਿੱਚ ਲਿਖਿਆ ਹੈ ਕਿ ਮਹੀਨਿਆਂ ਦੇ ਲੰਮੇ ਵਿਛੋੜੇ ਦੇ ਮਗਰੋਂ ਸਾਬੋ ਕੀ ਤਲਵੰਡੀ ਵਿੱਚ ਮਾਤਾ ਸੁੰਦਰ ਕੌਰਾਂ ਔਰ ਮਾਤਾ ਸਾਹਿਬ ਕੌਰਾਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਦੇ ਦਰਸ਼ਨਾਂ ਨੂੰ ਆਈਆਂ ਹੈ। ਇਤਿਹਾਸ ਵਿੱਚ ਲਿਖਿਆ ਹੈ ਲੰਮੇ ਵਿਛੋੜੇ ਨੇ ਮਾਤਾਵਾਂ ਨੂੰ ਬੇਹਾਲ ਕੀਤਾ ਹੈ। ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਕਰਦਿਆਂ ਸਾਰ ਜਦੋਂ ਦਤਾਰ ਨੂੰ ਮਾਤਾਵਾਂ ਨੇ ਨਮਸਕਾਰ ਕੀਤੀ, ਦਿਲ ਜਿਹੜਾ ਹੈ ਵਿਰਾਗ ਵਿੱਚ ਉਛਲਾਇਆ। ਮਾਤਾਵਾਂ ਨੇ ਸਵਾਲ ਕੀਤਾ, ਦਾਤਾ ਤੁਹਾਡੇ ਸੱਜੇ ਔਰ ਖੱਬੇ ਪਾਸੇ ਖਲੋਣ ਵਾਲੇ ਸਾਡੇ ਲਖਤੇ ਜਿਗਰ ਸਾਹਿਬਜ਼ਾਦੇ ਨਜ਼ਰ ਨਹੀਂ ਆਉਂਦੇ, ਜਿਹੜੇ ਸਿੰਘਾਂ ਨੂੰ ਆਨੰਦਪੁਰ ਦੀ ਧਰਤੀ ਤੋਂ ਲੈ ਕੇ ਤੁਰੇ ਹੋ, ਉਹ ਸਿੰਘ ਕਿੱਥੇ ਨੇ? ਤੁਹਾਡੇ ਨਾਲ ਦਿਸਦੇ ਨਹੀਂ। ਮਾਤਾ ਗੁਜਰ ਕੌਰਾਂ ਤੁਹਾਡੇ ਨਾਲ ਨਜ਼ਰ ਨਹੀਂ ਆਉਂਦੀ। ਰਸਤੇ ਵਿੱਚ ਦਾਤਾਰ ਦਾਤਾ ਕੀ ਕੁਝ ਵਾਪਰਿਆ ਖੋਲ ਕੇ ਸੁਣਾਇਆ ਜਾਏ। ਮਾਤਾਵਾਂ ਦੇ ਸਵਾਲ ਦਾ ਜਵਾਬ ਦਾਤਾਰ ਪਾਤਸ਼ਾਹ ਨੇ ਦਿੰਦਿਆਂ ਹੋਇਆਂ ਆਖਿਆ ਕਿ ਤੁਹਾਡੇ ਲਾਡਲੇ ਕੌਮ ਦੀ ਭਲਾਈ ਦੀ ਖਾਤਰ ਅਸਾਂ ਨਿਸ਼ਾਵਰ ਕਰ ਦਿੱਤੇ ਨੇ। ਸਾਡੇ ਪੁੱਤਰ ਸ਼ਹੀਦ ਹੋ ਚੁੱਕੇ ਐ। ਅਸੀਂ ਪੂਰੀ ਕੌਮ ਨੂੰ ਪੁੱਤਾਂ ਤੋਂ ਵੱਧ ਸਤਿਕਾਰ ਦੇਣਾ ਚਾਹੁੰਦੇ ਆ। ਇਸ ਕਰਕੇ ਪੁੱਤ ਇਸ ਨਿਆਰੀ ਤੇ ਵਿਲੱਖਣ ਕੌਮ ਤੋਂ ਅਸਾਂ ਵਾਰ ਦਿੱਤੇ ਐ। ਕਹਿੰਦੇ ਨੇ ਚੌਧਰੀ ਡੱਲਾ ਵੀ ਉਸ ਵਕਤ ਦੀਵਾਨ ਵਿੱਚ ਬੈਠਾ ਹੈ। ਰਾਜਨੀਤਿਕ ਡੱਲੇ ਦੇ ਮਨ ਵਿੱਚ ਉਛਾਲ ਆਇਆ। ਡੱਲੇ ਨੇ ਸੋਚਿਆ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਜਦੋਂ ਸਰਸਾ ਦੇ ਕੰਢੇ ਤੇ ਵੈਰੀ ਨੇ ਘੇਰਿਆ, ਜੇ ਮੈਂ ਨਾਲ ਹੁੰਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਔਰ ਸਾਹਿਬਜ਼ਾਦਿਆਂ ਦਾ ਕੋਈ ਵਾਲ ਵਿੰਗਾ ਨਾ ਕਰ ਸਕਦਾ। ਚੌਧਰੀ ਡੱਲੇ ਦੇ ਮਨ ਵਿੱਚ ਆਇਆ ਬੜਾ ਲੰਮਾ ਘੇਰਾ, ਮਹੀਨਿਆਂ ਬੱਧੀ ਆਨੰਦਪੁਰ ਦੀ ਧਰਤੀ ਨੂੰ ਮੁਗਲਾਂ ਨੇ ਪਾ ਛੱਡਿਆ ਹੈ। ਜੇ ਚੌਧਰੀ ਡੱਲਾ ਕਦੀ ਉੱਥੇ ਹੁੰਦਾ ਤੇ ਕਦੇ ਵੀ ਕਲਗੀਧਰ ਪਾਤਸ਼ਾਹ ਨੂੰ ਬਿਵਤਾ ਦੇ ਦਿਨ ਨਾ ਵੇਖਣੇ ਪੈਂਦੇ। ਜਦੋਂ ਮਾਣ ਹੰਕਾਰ ਚੌਧਰੀ ਡੱਲੇ ਦੇ ਮਨ ਵਿੱਚ ਆਇਆ, ਉੱਠ ਕੇ ਖਲੋ ਗਿਆ। ਇਹਨੇ ਪਾਇਆ ਗਲ ਵਿੱਚ ਪੱਲਾ। ਕਲਗੀਧਰ ਪਾਤਸ਼ਾਹ ਮਹਾਰਾਜ ਦੇ ਸਾਹਮਣੇ ਵਕਤ ਦਾ ਚੌਧਰੀ ਡੱਲਾ ਆਖਣ ਲੱਗਾ, ਸੱਚੇ ਪਾਤਸ਼ਾਹ ਇਸ ਬਿਵਤਾ ਦੇ ਸਮੇਂ ਜੇ ਕਦੇ ਮੈਨੂੰ ਯਾਦ ਕਰਦੇ, ਯਾਦ ਰੱਖੋ ਤੁਹਾਡੇ ਪੁੱਤਾਂ ਦਾ ਵਾਲ ਵਿੰਗਾ ਨਾ ਹੁੰਦਾ। ਜਿਹੜੇ ਤੀਰ ਤੁਹਾਡੇ ਲਾਡਲਿਆਂ ਦੀਆਂ ਛਾਤੀਆਂ ਵਿੱਚ ਚਮਕੌਰ ਦੇ ਯੁੱਧ ਵਿੱਚ ਵੱਜੇ ਐ, ਜੇ ਮੇਰੇ ਬਹਾਦਰ ਸਾਥੀ ਮੇਰੇ ਨਾਲ ਹੁੰਦੇ
ਉਹ ਤੀਰ ਆਪਣੇ ਸੀਨਿਆਂ ਵਿੱਚ ਜਰਦੇ। ਆਓ ਤੱਕੀਏ ਚੌਧਰੀ ਡੱਲੇ ਨੇ ਰਾਜਨੀਤਿਕ ਤਰੀਕੇ ਦੇ ਨਾਲ ਆਪਣਾ ਪੱਖ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਸਾਹਮਣੇ ਜਿਵੇਂ ਰੱਖਿਆ ਹੈ, ਇਉਂ ਬੇਨਤੀ ਕੀਤੀ ਜਾ ਰਹੀ ਹੈ। ਸੱਚੇ ਪਾਤਸ਼ਾਹ ਸੁਣਾਈ ਸਾਰੀ ਵਾਰਤਾ, ਰਸਤੇ ਚ ਜੋ ਬੀਤੀਆਂ ਕਿੰਜ ਜ਼ੁਲਮ ਵਜੀਦੇ ਨੇ ਕਮਾਇਆ, ਵਿੱਚ ਸਰਹੰਦ ਸ਼ਹਿਰ ਦੇ। ਉਹ ਕਹਿੰਦਾ ਚੌਧਰੀ ਸ਼ਹੀਦ ਹੁੰਦੇ ਕਦੇ ਨਾ, ਤੁਸਾਂ ਦੇ ਛੋਟੇ ਲਾਲ ਗੁਰੂ ਜੀ ਕਦੇ ਦੁੱਖ ਨਾ ਤੁਸਾਂ ਨੂੰ ਸਹਿਣ ਦਿੰਦਾ, ਡੱਲਾ ਜੇ ਹੁੰਦਾ ਨਾਲ ਗੁਰੂ ਜੀ। ਸੱਚੇ ਪਾਤਸ਼ਾਹ ਸੁਣਾਈ ਸਾਰੀ ਵਾਰਤਾ, ਰਸਤੇ ਚ ਜੋ ਬੀਤੀਆਂ ਕਿੰਜ ਜ਼ੁਲਮ ਵਜੀਦੇ ਨੇ ਕਮਾਇਆ, ਵਿੱਚ ਸਰਹਿੰਦ ਸ਼ਹਿਰ ਦੇ। ਉਹ ਕਹਿੰਦਾ ਚੌਧਰੀ ਸ਼ਹੀਦ ਹੁੰਦੇ ਕਦੇ ਨਾ, ਤੁਸਾਂ ਦੇ ਛੋਟੇ ਲਾਲ ਗੁਰੂ ਜੀ ਕਦੇ ਦੁੱਖ ਨਾ ਤੁਸਾਂ ਨੂੰ ਸਹਿਣ ਦਿੰਦਾ, ਡੱਲਾ ਜੇ ਹੁੰਦਾ ਨਾਲ ਗੁਰੂ ਜੀ। ਆਨੰਦ ਪੂਰਨ ਕਦੇ ਵੀ ਪੈਂਦਾ ਛੱਡਣਾ, ਮੈਨੂੰ ਜੇ ਸਨੇਹਾ ਘੱਲ ਦੇ ਚਿੜੀ, ਚੂਕਣ ਕਦੇ ਨਾ ਮੈਂ ਦੇਂਦਾ, ਨੇੜੇ ਬੰਨੇ ਆਨੰਦਗੜ੍ਹ ਦੇ। ਉਹ ਮੇਰੇ ਸਾਹਮਣੇ ਕੁਸਿਕ ਜੇ ਪੋਰਾ, ਕੀ ਵੈਰੀ ਦੀ ਮਜਾਲ ਗੁਰੂ ਜੀ ਕਦੇ ਦੁੱਖ ਨਾ ਤੁਸਾਂ ਨੂੰ ਸਹਿਣ ਦਿੰਦਾ, ਡੱਲਾ ਜੇ ਹੁੰਦਾ ਨਾਲ ਗੁਰੂ ਜੀ। ਜੇ ਮੰਗਦੇ ਤਾਂ ਅਸਲਾ ਕਲਾਉਂਦਾ, ਮੈਂ ਘੋੜਿਆਂ ਦੇ ਉੱਤੇ ਲੱਦ ਕੇ ਨਾਲ, ਭੇਜਦਾ ਸਿਪਾਹੀ ਬਾਂਕੇ ਜੋ ਜਾਨਾ ਦਿੰਦੇ ਵਾਰ ਗੁਰੂ ਜੀ। ਉਹ ਜਾਂਦੇ ਥਿੜਕ ਕਦਮ ਵੈਰੀ ਦਲ ਦੇ, ਵੇਂਦਿਓ ਕਮਾਲ ਗੁਰੂ ਜੀ ਕਦੇ ਦੁੱਖ ਨਾ ਤੁਸਾਂ ਨੂੰ ਸਹਿਣ ਦਿੰਦਾ, ਡੱਲਾ ਜੇ ਹੁੰਦਾ ਨਾਲ ਗੁਰੂ ਜੀ। ਮੇਰਾ ਰੋਬ ਹੈ ਇਲਾਕੇ ਵਿੱਚ ਸਾਰੇ, ਥਰ ਥਰ ਵੈਰੀ ਕੰਬਦੇ ਨਿੱਕੇ ਮੋਟੇ ਜੋ ਨਵਾਬ ਖਾਨ ਸਾਹਿਬ ਦੇ, ਥਰ ਥਰ ਕੰਬੀ ਜਾਵਦੇ। ਉਹ ਗੱਲਾਂ ਸੱਚੀਆਂ ਚੌਧਰੀ ਆਖੇ, ਕਰਿਓ ਖਿਆਲ ਗੁਰੂ ਜੀ ਕਦੇ ਦੁੱਖ ਨਾ ਤੁਸਾਂ ਨੂੰ ਸਹਿਣ ਦਿੰਦਾ, ਡੱਲਾ ਜੇ ਹੁੰਦਾ ਨਾਲ ਗੁਰੂ ਜੀ। ਜੇ ਪਹਿਲਾਂ ਸੀ ਖਿਆਲ ਰਿਹਾ ਉਕਿਆ, ਜੇ ਪਹਿਲਾਂ ਸੀ ਖਿਆਲ ਰਿਹਾ ਉਕਿਆ, ਮਗਰੋਂ ਸਨੇਹਾ ਘੱਲ ਦੇ ਵਿੱਚ ਗੜੀ ਦੇ ਮਦਦ ਮੈਂ ਕਰਦਾ, ਆਣ ਕੇ ਤੁਸਾਂ ਦੀ ਗੁਰੂ ਜੀ। ਕਿੱਥੇ ਜਾਵਦਾ ਖਵਾਜਾ ਮਰ ਦੂਧ ਜੋ, ਭੱਜ ਕੇ ਚੰਡਾਲ ਗੁਰੂ ਜੀ ਕਦੇ ਦੁੱਖ ਨਾ ਤੁਸਾਂ ਨੂੰ ਸਹਿਣ ਦਿੰਦਾ, ਡੱਲਾ ਜੇ ਹੁੰਦਾ ਨਾਲ ਗੁਰੂ ਜੀ। ਜਾਂਦਾ ਬੁੱਝ ਮੈਂ ਸ਼ੈਤਾਨੀ ਗੰਗੂ ਪਾਪੀ ਦੀ, ਕਾਰੇ ਜਿਹੜੇ ਕੀਤੇ ਉਸ ਨੇ ਅਫਸੋਸ ਗੁਰੂ ਜੀ ਮੈਨੂੰ, ਹਾਜ਼ਰ ਨਹੀਂ ਉਸ ਟਾਈਮ ਮੈਂ। ਨਹੀਂ ਕਦੇ ਨਾ ਮੁਸੀਬਤਾਂ ਸਹਿੰਦੇ, ਮਲੂਕੜੇ ਦੋਬਾਲ ਗੁਰੂ ਜੀ ਕਦੇ ਦੁੱਖ ਨਾ ਤੁਸਾਂ ਨੂੰ ਸਹਿਣ ਦਿੰਦਾ, ਕਦੇ ਦੁੱਖ ਨਾ ਤੁਸਾਂ ਨੂੰ ਸਹਿਣ ਦਿੰਦਾ, ਡੱਲਾ ਜੇ ਹੁੰਦਾ ਨਾਲ ਗੁਰੂ ਜੀ। ਖੈਰ ਛੱਡ ਦਿਓ ਪਿੱਛੇ ਜੋ ਬੀਤੀ, ਅੱਗੇ ਨਾ ਐਸਾ ਪਾਣਾ ਵਰਤੇ ਹੁਣ, ਪਈ ਜੇ ਜ਼ਰੂਰਤ ਮੇਰੀ ਵੰਗਾਰ ਲੈਣਾ ਪਹਿਲਾਂ ਗੁਰੂ ਜੀ। ਮੈਂ ਹੋਣੀ ਨੂੰ ਕਰਾਂ ਅਨਹੋਣੀ, ਪਾ ਦਿਓ ਸਵਾਲ ਗੁਰੂ ਜੀ ਕਦੇ ਦੁੱਖ ਨਾ ਤੁਸਾਂ ਨੂੰ ਸਹਿਣ ਦਿੰਦਾ, ਡੱਲਾ ਜੇ ਹੁੰਦਾ ਨਾਲ ਗੁਰੂ ਜੀ। ਮੇਰੇ ਕੋਲ ਬਲਵਾਨ ਸਾਥੀ ਬਹੁਤ ਨੇ, ਤਾਕਤਵਰ ਸੂਰਮੇ ਜਿੱਥੇ ਕਹੋਗੇ ਲੜਨਗੇ ਦਾਤਾ, ਹਰ ਪਲ ਤਿਆਰ ਰਹਿਣ ਜੋ। ਕਹਿੰਦਾ ਅਮਰ ਸਮੇਂ ਸਿਰ ਪਹੁੰਚੂ, ਡੱਲਾ ਹਰ ਹਾਲ ਗੁਰੂ ਜੀ ਕਦੇ
ਦੁੱਖ ਨਾ ਤੁਸਾਂ ਨੂੰ ਸਹਿਣ ਦੇਂਦਾ, ਡੱਲਾ ਜੇ ਹੁੰਦਾ ਨਾਲ ਗੁਰੂ ਜੀ। ਚੌਧਰੀ ਡੱਲੇ ਨੇ ਆਪਣਾ ਪੱਖ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਸਾਹਮਣੇ ਬੜੀ ਸ਼ਾਨ ਨਾਲ ਪੇਸ਼ ਕੀਤਾ। ਛਾਤੀ ਤੇ ਹੱਥ ਮਾਰ ਕੇ ਵਕਤ ਦਾ ਚੌਧਰੀ ਕਹਿਣ ਲੱਗਾ, ਦਾਤਾ ਇੰਨੇ ਦੁੱਖਾਂ ਦੇ ਪਹਾੜ ਤੁਹਾਡੇ ਉੱਪਰ ਕਦੇ ਨਾ ਟੁੱਟਦੇ ਜੇ ਮੈਂ ਔਰ ਮੇਰੇ ਬਲਵਾਨ ਸਾਥੀ ਤੁਹਾਡੀ ਮਦਦ ਉੱਪਰ ਹੁੰਦੇ। ਸੱਚੇ ਪਾਤਸ਼ਾਹ ਮੇਰੇ ਬਹਾਦਰਾਂ ਦੀਆਂ ਛਾਤੀਆਂ ਬੜੀਆਂ ਚੌੜੀਆਂ ਨੇ, ਥੱਬੇ ਥੱਬੇ ਦੇ ਉਹਨਾਂ ਦੇ ਡੌਲੇ ਨੇ, ਉਹਨਾਂ ਦੇ ਜੁੱਸੇ ਵਿੱਚ ਤਾਕਤ ਬੇਅੰਤ ਹੈ। ਉਹ ਜੋ ਕੁਝ ਤੁਹਾਡੇ ਨਾਲ ਵਾਪਰਿਆ ਹੈ ਉਹ ਕਦੇ ਨਾ ਵਾਪਰਦਾ ਜੇ ਮੇਰੇ ਸਾਥੀ ਤੁਹਾਡੀ ਮਦਦ ਕਰ ਜਾਂਦੇ ਬਿਪਤਾ ਦੇ ਮੌਕੇ। ਇਤਿਹਾਸ ਵਿੱਚ ਲਿਖਿਆ ਹੈ, ਮਹਾਰਾਜ ਨੇ ਆਖਿਆ, ਚੌਧਰੀ ਸਾਹਿਬ ਕੋਈ ਗੱਲ ਨਹੀਂ, ਇਹ ਜੋ ਕੁਝ ਵਾਪਰਿਆ ਮਾਲਕ ਦੇ ਭਾਣੇ ਵਿੱਚ ਵਾਪਰਿਆ ਹੈ। ਪੁੱਤਾਂ ਦੀ ਮੌਤ ਦਾ ਸਾਨੂੰ ਦੁੱਖ ਨਹੀਂ, ਸਾਨੂੰ ਖੁਸ਼ੀ ਹੈ ਕਿ ਸਾਡੇ ਪੁੱਤਰ ਧਰਮ ਦੇ ਕਾਰਜ ਹਿੱਤ ਕੌਮ ਦਾ ਮੁਹਾਂਦਰਾ ਸਵਾਰਨ ਲਈ ਕੁਰਬਾਨ ਚੜੇ ਨੇ। ਚੌਧਰੀ ਡੱਲੇ ਨੇ ਰਾਜਨੀਤਿਕ ਪੁਆਇੰਟ ਤੋਂ ਫੇਰ ਮਹਾਰਾਜ ਦੇ ਸਾਹਮਣੇ ਆਖਿਆ, ਸੱਚੇ ਪਾਤਸ਼ਾਹ ਬੀਤੇ ਹੋਏ ਸਮੇਂ ਦੀ ਗੱਲ ਹੁਣ ਮੈਂ ਵੀ ਨਹੀਂ ਕਰਦਾ, ਪਰ ਜੇ ਆਉਣ ਵਾਲੇ ਸਮੇਂ ਵਿੱਚ ਕਦੇ ਲੋੜ ਪੈ ਗਈ ਚੌਧਰੀ ਡੱਲੇ ਨੂੰ ਵੰਗਾਰ ਕੇ ਪਰਖ ਕੇ ਜ਼ਰੂਰ ਵੇਖਿਆ ਜੇ। ਮਹਾਰਾਜ ਦੇ ਸਾਹਮਣੇ ਚੌਧਰੀ ਨੇ ਕੌਲ ਕਰ ਲਿਆ। ਸੱਚੇ ਪਾਤਸ਼ਾਹ ਨੇ ਆਖਿਆ, ਚੌਧਰੀ ਕੋਈ ਗੱਲ ਨਹੀਂ, ਜੇ ਵਕਤ ਆ ਗਿਆ ਬਾਬੇ ਨਾਨਕ ਦੇ ਦਰ ਉੱਪਰ ਤੇਰੀ ਸੇਵਾ ਲੈ ਲਈ ਜਾਏਗੀ। ਵਕਤ ਬੀਤਦਾ ਗਿਆ, ਮਹਾਰਾਜ ਇੱਥੇ ਸਿੱਖੀ ਦਾ ਪ੍ਰਚਾਰ ਕਰਦੇ ਰਹੇ। ਹਜ਼ਾਰਾਂ ਦੀ ਗਿਣਤੀ ਵਿੱਚ ਸ਼ਰਧਾਲੂ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਦੇ ਵਿੱਚ ਆ ਕੇ ਸਿੱਖੀ ਨਾਲ ਜੁੜਦੇ ਰਹੇ। ਕਹਿੰਦੇ ਨੇ ਦਾਤਾਰ ਦੀ ਆਗਿਆ ਲੈ ਕੇ ਚੌਧਰੀ ਡੱਲਾ ਮਾਤਾ ਸੁੰਦਰ ਕੌਰਾਂ ਔਰ ਮਾਤਾ ਸਾਹਿਬ ਕੌਰਾਂ ਨੂੰ ਆਪਣੇ ਘਰ ਵਿੱਚ ਖੜ ਕੇ ਰੱਜ ਕੇ ਸੇਵਾ ਕਰਦਾ ਹੈ। ਕਹਿੰਦੇ ਨੇ ਇਧਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਦੇ ਸਾਹਮਣੇ ਜਦੋਂ ਵੀ ਚੌਧਰੀ ਡੱਲਾ ਆਉਂਦਾ ਹੈ ਮਹਾਰਾਜ ਉਹਨੂੰ ਬਾਰ-ਬਾਰ ਸੁਚੇਤ ਕਰਕੇ ਕਹਿੰਦੇ, ਓ ਚੌਧਰੀ ਡੱਲਿਆ ਤੂੰ ਕੋਈ ਪਰਨ ਕੀਤਾ ਹੈ, ਕੋਈ ਕੌਲ ਕੀਤਾ ਹੈ, ਵੇਖੀ ਉਹਨੂੰ ਵਿਸਰ ਨਾ ਜਾਈ। ਜਦੋਂ ਵੀ ਸਮਾਂ ਆ ਗਿਆ ਗੁਰੂ ਨਾਨਕ ਦੇ ਘਰ ਵਿੱਚ ਤੇਰੀ ਸੇਵਾ ਲੈਣੀ ਹੈ। ਚੌਧਰੀ ਡੱਲਾ ਫੇਰ ਛਾਤੀ ਤੇ ਹੱਥ ਮਾਰ ਕੇ ਕਹਿੰਦਾ, ਮਹਾਰਾਜ ਨਹੀਂ, ਮਰਦ ਦੇ ਮੂੰਹ ਵਿੱਚ ਇੱਕੋ ਜ਼ਬਾਨ ਹੁੰਦੀ ਹੈ, ਮੈਂ ਬਚਨ ਤੋਂ ਭੱਜਾਂਗਾ ਨਹੀਂ। ਜਦੋਂ ਵੀ ਮੇਰੀ ਲੋੜ ਪੈ ਗਈ ਮੈਨੂੰ ਟੋਕ ਕੇ ਪਰਖ ਕੇ ਵੇਖ ਲੈਣਾ। ਵਕਤ ਲੰਘਦਾ ਗਿਆ। ਕਹਿੰਦੇ ਨੇ ਲਾਹੌਰ ਦਾ ਵਾਸੀ ਜਿਹਦਾ ਨਾਂ ਇਤਿਹਾਸਕਾਰਾਂ ਨੇ ਜਗਤ ਸਿੰਘ ਲਿਖਿਆ ਹੈ, ਉਹ 10 ਨਵਾਂ ਦੀ ਕਿਰਤ ਕਮਾਈ ਕਰਨ ਵਾਲਾ ਮਿਸਤਰੀ ਸਿੱਖ ਹੈ। ਉਹਨੇ ਦਸਵੰਧ ਦੀ ਮਾਇਆ ਜੋੜੀ ਹੋਈ ਹੈ। ਉਸ ਮਾਇਆ ਦੇ ਨਾਲ ਕਹਿੰਦੇ ਨੇ ਚੰਗਾ ਵਧੀਆ ਲੋਹਾ ਖਰੀਦ ਕੇ ਜਗਤ ਸਿੰਘ ਨੇ ਵਧੀਆ ਸ਼ਸਤਰ ਤਿਆਰ ਕੀਤੇ ਹੈ, ਜਿਨ੍ਹਾਂ ਵਿੱਚ ਜ਼ਿਕਰ ਆਉਂਦਾ ਹੈ 2 ਪਿਸਤੌਲ और तलवार और बंदूक और तेज कटारा। ये चीज़ां लैके वो जिहड़ा शरधावान जगत सिंह मिस्त्री लाहौर दा वासी है, लाहौर तो साबो की तलवंडी वाल नूं गुरु जी दे दर्शन करन हित तुरिया है। इतिहास विच लिखिया है, मंजिला नूं मारदा शरधावान सिख अपड़िया साबो की तलवंडी जिथे धन गुरु गोबिंद सिंह पातशाह महाराज जी दा दीवान सजदा है, आके सेवक ने नमस्कार कीती है। कीमती शस्त्र धन गुरु गोबिंद सिंह पातशाह महाराज जी दे पवित्र चरनां विच रखे है। गल विच पल्ला पा के उन्हें आजिज बन के आख्या, दीन दुनिया दे मालका किरत कमाई दे विचों मेहनत करके दसवंध दी माया जोड़ के चंगा वधिया लोहा खरीद के ये शस्त्र मैं अपने हत्थां नाल तैयार कीते, इन्हां नूं प्रवान करो। सच्चे पातशाह ने आख्या, जगत सिंघा तेरियां बनाईयां होईयां चीज़ां दिल नूं मोहण वालियां ने, वैसे भी साडा शस्त्रां दे नाल दिली प्यार है। तेरी दस्तकारी बड़ी कमाल दी है। अपने हत्थां दे नाल जिहड़े तू शस्त्र बनाए ने इन्हां ने साडे मन नूं मोलिया है। जिन्नी भी सिख है इन्हां दी कीमत मंगे असीं बाबे नानक दे दर तो तारन वास्ते तैयार हाँ। शरधावान सिख ने आख्या, दाता जे मैं इन्हां दे पैसे वटने हुंदे लाहौर ही वेच लैंदा, मैं ते शरधा प्यार दे नाल ये चीज तुहाडे चरनां विच भेंट करन वास्ते आया है। मैनूं इन्हां दा मुੱਲ नहीं चाहिदा, पर जे मुੱਲ पाउणा चाहुंदे हो आ जिहड़ी राइफल तुहाडे हत्थां विच शोभा पा रही है, इनू मेरे वेंदियां चला के परख के जरूर वेखो। आओ तकीए लाहौर तो आया होया मिस्त्री सिख धन कलगीधर पातशाह महाराज दे सामने गल विच पल्ला पा के शस्त्र भेंट सतगुरां नूं जिवें चढ़ा रिहा है, उस वक्त दा वेरवा ज्ञानी जरनैल सिंह सभरात दा जथा है इउं बयान कर रहा है। चल के लाहौरों एक सिख आया है, एक सिख आया है, शरदाना शीस उसने झुकाया है, शीस नूं झुकाया है। वो पहुंचिया हाँ लंघ के उजाड़ा विच दी, हाँ अजाड़ा विच दी, करो परवान पेटा गोर सिख दी, पेटा गोर सिख दी। ओ किता पिता पुरखी लोहारा कर दे जी, लोहारा कर दे,
ਕਿਰਤ ਕਮਾਈ ਨਾ ਗੁਜ਼ਾਰਾ ਕਰਦੇ ਜੀ ਗੁਜ਼ਾਰਾ ਕਰਦੇ। ਉਹ ਅਰੀਜ ਬੜੇ ਚਿਰਾਂ ਤੋਂ ਸੀ ਮੇਰੇ ਚਿੱਤ ਦੀ, ਹਾਂਜੀ ਮੇਰੇ ਚਿੱਤ ਦੀ, ਕਰੋ ਪਰਵਾਨ ਭੇਟਾ ਗੁਰ ਸਿੱਖ ਦੀ, ਭੇਟਾ ਗੁਰ ਸਿੱਖ ਦੀ। ਉਹ ਨਾਲ ਬੜੇ ਪਿਆਰ ਸਤਿਕਾਰ ਕੀਤੇ ਨੇ, ਸਤਿਕਾਰ ਕੀਤੇ ਨੇ, ਸ਼ਸਤਰ ਹੱਥੀ ਮੈਂ ਤਿਆਰ ਕੀਤੇ ਨੇ ਜੀ, ਤਿਆਰ ਕੀਤੇ ਨੇ। ਉਹ ਮੀਨਾਕਾਰੀ ਇਹਨਾਂ ਦੀ ਕਮਾਲ ਦਿਸਦੀ, ਹਾਂ ਕਮਾਲ ਦਿਸਦੀ, ਕਰੋ ਪਰਵਾਨ ਭੇਟਾ ਗੁਰ ਸਿੱਖ ਦੀ, ਭੇਟਾ ਗੁਰ ਸਿੱਖ ਦੀ। ਦੋ ਤਲਵਾਰਾਂ ਜੋ ਮਿਆਨੇ ਮੜੀਆਂ ਜੀ, ਮਿਆਨੇ ਮੜੀਆਂ, ਦੋਵੇਂ ਮੈਂ ਬਣਾਈਆਂ ਲਾ ਕੇ ਰੀਜਾਂ ਬੜੀਆਂ, ਕਹਿੰਦਾ ਰੀਜਾਂ ਬੜੀਆਂ। ਉਹ ਕਰੂਗੀ ਦਫਾੜ ਲੰਗੂ ਜੀ ਦੇ ਵਿੱਚ ਦੀ, ਹਾਂਜੀ ਜੀ ਦੇ ਵਿੱਚ ਦੀ, ਕਰੋ ਪਰਵਾਨ ਭੇਟਾ ਗੁਰ ਸਿੱਖ ਦੀ, ਭੇਟਾ ਗੁਰ ਸਿੱਖ ਦੀ। ਮੁੱਠਾਂ ਉੱਤੇ ਪਾਈਆਂ ਵੇਲਾਂ ਨੇ ਨਰਾਲੀਆਂ, ਮੁੱਠਾਂ ਉੱਤੇ ਪਾਈਆਂ ਵੇਲਾਂ ਨੇ ਨਰਾਲੀਆਂ, ਵੇਲਾਂ ਨੇ ਨਰਾਲੀਆਂ। ਦੋ ਤਲਵਾਰਾਂ ਦੋ ਨੇ ਕਟਾਰਾਂ ਤੇਜ ਧਾਰ ਵਾਲੀਆਂ ਜੀ, ਤੇਜ ਧਾਰ ਵਾਲੀਆਂ। ਜੇ ਪੁੱਟੀਏ ਖਬੋ ਕੇ ਅੰਦਰਾਂ ਨੂੰ ਖਿੱਚਦੀ, ਅੰਦਰਾਂ ਨੂੰ ਖਿੱਚਦੀ, ਕਰੋ ਪਰਵਾਨ ਭੇਟਾ ਗੁਰ ਸਿੱਖ ਦੀ, ਭੇਟਾ ਗੁਰ ਸਿੱਖ ਦੀ। ਉਹ ਕਾਰਤੂਸ ਨਾਲ ਰੈਫਲ ਨਰਾਲੀ ਐ, ਰੈਫਲ ਨਰਾਲੀ ਐ, ਬੈਰਲ ਲੰਬੇਰੀ ਇਹਦੀ ਮਾਰ ਬਾਲੀ ਐ, ਇਸ ਦੀ ਮਾਰ ਬਾਲੀ ਐ। ਹਾਂ ਵੇਖਿਆ ਸੁਧਾਰਨ ਨੂੰ ਬਿਸ਼ੱਕ ਦਿਸਦੀ, ਉਹ ਬਿਸ਼ੱਕ ਦਿਸਦੀ, ਕਰੋ ਪਰਵਾਨ ਭੇਟਾ ਗੁਰ ਸਿੱਖ ਦੀ, ਭੇਟਾ ਗੁਰ ਸਿੱਖ ਦੀ। ਕਹਿੰਦੇ ਦੇਸ਼ਮੇਸ਼ ਲੈਣਾ ਕੀ ਤੂੰ ਮੋਲੇ ਓਏ, ਲੈਣਾ ਕੀ ਤੂੰ ਮੋਲੇ ਓਏ, ਸਾਡੇ ਨੇ ਪਸੰਦ ਸਿੱਖਾ ਚੀਜ਼ਾਂ ਕੋਲੇ ਓਏ, ਕਹਿੰਦੇ ਚੀਜ਼ਾਂ ਕੋਲੇ ਓਏ। ਉਹ ਜਿੰਨੀ ਮੰਗ ਕੀਮਤ ਚੁਕਾਈਏ ਇਸ ਦੀ, ਹਾਂ ਚੁਕਾਈਏ ਇਸ ਦੀ, ਕਰੋ ਪਰਵਾਨ ਭੇਟਾ ਗੁਰ ਸਿੱਖ ਦੀ, ਭੇਟਾ ਗੁਰ ਸਿੱਖ ਦੀ। ਸਿੱਖ ਕਹਿੰਦਾ ਬਸ ਇਹਨਾਂ ਮੁੱਲ ਪਾ ਦਿਓ ਜੀ, ਇਹਨਾਂ ਮੁੱਲ ਪਾ ਦਿਓ, ਰੈਫਲ ਨੂੰ ਤੁਸੀਂ ਪਾਤਸ਼ਾਹ ਚਲਾ ਦਿਓ, ਸ਼ਹਿਨਸ਼ਾਹ ਚਲਾ ਦਿਓ। ਉਹ ਜਾਸਰੂ ਅਮਰ ਦੀ ਕਲਮ ਲਿਖਦੀ, ਹਾਂ ਕਲਮ ਲਿਖਦੀ, ਕਰੋ ਪਰਵਾਨ ਭੇਟਾ ਗੁਰ ਸਿੱਖ ਦੀ, ਭੇਟਾ ਗੁਰ ਸਿੱਖ ਦੀ। ਹੋ ਲਾਹੌਰ ਤੋਂ ਆਏ ਹੋਏ ਮਿਸਤਰੀ ਸਿੱਖ ਨੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਦੇ ਸਾਹਮਣੇ ਬੇਨਤੀ ਕੀਤੀ, ਆਖਿਆ ਸੱਚੇ ਪਾਤਸ਼ਾਹ ਮੈਂ ਇਹਨਾਂ ਚੀਜ਼ਾਂ ਦੇ ਪੈਸੇ ਨਹੀਂ ਲੈਣੇ, ਪਰ ਜੇ ਰਹਿਮਤ ਦੇ ਘਰ ਵਿੱਚ ਆ ਕੇ ਇਹਨਾਂ ਦਾ ਮੁੱਲ ਪਾਉਣ ਦੀ ਗੱਲ ਕਰਦੇ ਹੋ ਤੇ ਮੇਰੀ ਦਿਲੀ ਤਮੰਨਾ ਇੱਕੋ ਹੈ ਵੀ ਇਹਨਾਂ ਸ਼ਸਤਰਾਂ ਦੇ ਵਿੱਚ ਜਿਹੜੀ ਰਾਈਫਲ ਹੈ ਉਹਨੂੰ ਭਰੇ ਹੋਏ ਦਰਬਾਰ ਵਿੱਚ ਮੇਰੇ ਸਾਹਮਣੇ ਚਲਾ ਕੇ ਪਰਖ ਕੇ ਵੇਖਿਆ ਜਾਏ। ਸੱਚੇ ਪਾਤਸ਼ਾਹ ਦੇ ਸਾਹਮਣੇ ਜਾਗਤ ਸਿੰਘ ਨੇ ਜਦੋਂ ਬੇਨਤੀ ਕੀਤੀ, ਦਾਤਾਰ ਪਾਤਸ਼ਾਹ ਨੇ ਆਖਿਆ ਸਿੱਖਾ ਇਹ ਬਾਬੇ ਨਾਨਕ ਦਾ ਦਰ ਹੈ, ਇੱਥੇ ਜਿਹੜੀ ਵੀ ਕੋਈ ਭਾਵਨਾ ਲੈ ਕੇ ਆਉਂਦਾ ਉਹਦੀ ਭਾਵਨਾ ਪੂਰਨ ਕੀਤੀ ਜਾਂਦੀ ਹੈ। ਸਾਜਾ ਤੇਰੇ ਸਾਹਮਣੇ ਭਰੇ ਦਰਬਾਰ ਵਿੱਚ ਤੇਰੀ ਬਣਾਈ ਹੋਈ ਰਫਲ ਨੂੰ ਅਸੀਂ ਚਲਾ ਕੇ ਪਰਖ ਕੇ ਵੇਖਾਂਗੇ। ਮਹਾਰਾਜ ਨੇ ਸੋਚਿਆ ਵੀ ਹਵਾ ਵਿੱਚ ਨਿਸ਼ਾਨਾ ਚਲਾਉਣ ਨਾਲੋਂ ਵਕਤ ਆ ਗਿਆ ਹੈ ਕਿ ਚੌਧਰੀ ਡੱਲੇ ਨੂੰ ਔਰ ਉਹਦੇ ਬੰਦਿਆਂ ਨੂੰ ਪਰਖ ਲੈਣਾ ਚਾਹੀਦਾ ਹੈ। ਚੌਧਰੀ ਵੀ ਸਾਹਮਣੇ ਬੈਠਾ ਹੈ। ਮਹਾਰਾਜ ਨੇ ਉੱਠਣ ਦਾ ਇਸ਼ਾਰਾ ਕੀਤਾ, ਆਖਿਆ ਚੌਧਰੀ ਸਾਹਿਬ ਕਰੋ ਯਾਦ ਉਸ ਵੇਲੇ ਨੂੰ ਜਦੋਂ ਗੁਰੂ ਨਾਨਕ ਮਹਾਰਾਜ ਜੀ ਦੇ ਦਰ ਉੱਪਰ ਤੁਸੀਂ ਕੋਈ ਕੌਲ ਕੀਤਾ, ਇਕਰਾਰ ਕੀਤਾ ਹੈ। ਚੌਧਰੀ ਡੱਲੇ ਆਖਿਆ ਸੱਚੇ ਪਾਤਸ਼ਾਹ ਮਰਦ ਹਾਂ, ਵਚਨ ਕੀਤਾ ਹੈ ਤੁਹਾਡੇ ਕੰਮ ਆਉਣ ਦਾ, ਦੱਸੋ ਕੀ ਹੁਕਮ ਹੈ। ਵਕਤ ਦਾ ਚੌਧਰੀ ਹਾਜ਼ਰ ਹੈ। ਸੱਚੇ ਪਾਤਸ਼ਾਹ ਨੇ ਆਖਿਆ ਚੌਧਰੀ ਸਾਹਿਬ ਤੁਸੀਂ ਆਪਣੇ ਕਰਿੰਦਿਆਂ ਦੀਆਂ ਸਿਪਾਹ ਸਲਾਰਾਂ ਦੀਆਂ ਬੜੀਆਂ ਵਡਿਆਈਆਂ ਕੀਤੀਆਂ ਹੈ, ਤੁਸੀਂ ਉਹਨਾਂ ਦੀ ਤੁਲਨਾ ਕੀਤੀ ਚਮਕੌਰ ਦੇ ਸ਼ਹੀਦ ਯੋਧਿਆਂ ਦੇ ਨਾਲ। ਅੱਜ ਵਕਤ ਹੈ ਚੌਧਰੀ ਸਾਹਿਬ ਆਪਣੇ ਮਰਦ ਬਹਾਦਰ ਦਲੇਰ ਸਿਪਾਹ ਸਲਾਰਾਂ ਦੇ ਵਿੱਚੋਂ ਕੋਈ ਇੱਕ ਬੰਦਾ ਲਿਆ ਕੇ ਸਾਡੇ ਸਾਹਮਣੇ ਪੇਸ਼ ਕਰੋ, ਅਸੀਂ ਜਾਗਤ ਸਿੰਘ ਦੀ ਰੀਝ ਪੂਰੀ ਕਰਨੀ ਹੈ। ਆ ਜਿਹੜੀ ਰਾਈਫਲ ਹੈ ਇਹਨੂੰ ਭਰੇ ਦਰਬਾਰ ਵਿੱਚ ਇੱਕ ਮਰਦ ਦੇ ਸੀਨੇ ਨੂੰ ਵਿੰਨ ਕੇ ਪਰਖ ਕੇ ਟੋਹ ਕੇ ਵੇਖਣਾ ਹੈ। ਚੌਧਰੀ ਡੱਲਾ ਸੋਚਾਂ ਦੇ ਸਾਗਰ ਵਿੱਚ ਡੁੱਬ ਗਿਆ। ਉਹਦੇ ਮਨ ਨੇ ਆਵਾਜ਼ ਦਿੱਤੀ, ਉਹ ਡੱਲਿਆ ਐਵੇਂ ਕਿਸੇ ਵਕਤ ਆਪਣੇ ਕਮਦਲੇ ਸਿਪਾਹੀਆਂ ਦੀ ਤੂੰ ਵਡਿਆਈ ਕਰ ਬੈਠਾ ਹੈ, ਏਦਾਂ ਦੀ ਮੌਤ ਕੌਣ ਮਰੇਗਾ। ਚੌਧਰੀ ਡੱਲੇ ਦੇ ਮਨ ਨੇ ਆਵਾਜ਼ ਦਿੱਤੀ, ਉਹ ਡੱਲਿਆ
ਘਬਰਾਉਣਾ ਕਿਉਂ ਹੈ? ਜਾ ਤੇ ਸਹੀ ਇੱਕ ਵਾਰ ਆਪਣੇ ਸਿਪਾਹੀਆਂ ਦੇ ਸਾਹਮਣੇ ਉਹਨਾਂ ਨੂੰ ਜਗੀਰ ਦਾ ਲਾਲਚ ਦੇਈ, ਉਹਨਾਂ ਨੂੰ ਧਨ ਦਾ ਲਾਲਚ ਦੇਈ। ਪੈਸਾ ਚੌਧਰੀ ਡੱਲਿਆ ਕੀ ਨਹੀਂ ਕਰਾਉਂਦਾ, ਤੇਰੇ ਸਿਪਾਹੀ ਰਵਾਂ ਰਵੀ ਮਹਾਰਾਜ ਦੇ ਸਾਹਮਣੇ ਆ ਕੇ ਛਾਤੀ ਤਾਣ ਦੇਣਗੇ। ਦੌਲਤ ਦੇ ਮਾਣ ਵਿੱਚ 84 ਪਿੰਡਾਂ ਦਾ ਮਾਲਕ, ਜਿਹਦੀ ਕਮਾਨ ਥੱਲੇ 500 ਬੰਦਾ ਹਰ ਵਕਤ ਰਹਿੰਦਾ ਹੈ, ਉਹ ਤੁਰਿਆ ਜਾਂਦਾ ਹੈ ਆਪਣੇ ਸਿਪਾਹੀਆਂ ਦੇ ਤੰਬੂ ਵੱਲ ਨੂੰ। ਕਹਿੰਦੇ 500 ਸਿਪਾਹੀਆਂ ਦੇ ਜਿਹੜੇ ਮੋਹਰੀ ਸਰਦਾਰ ਸਨ, ਉਹਨਾਂ ਨੂੰ ਇੱਕ ਤੰਬੂ ਵਿੱਚ ਜਾ ਕੇ ਚੌਧਰੀ ਡੱਲੇ ਨੇ ਸੱਦ ਲਿਆ। ਆਏ ਨੇ ਸਿਪਾ ਸਲਾਰ ਔਰ ਜ਼ਿੰਮੇਵਾਰ 500 ਬੰਦਿਆਂ ਦੇ ਆਗੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੀ ਬਾਬਤ ਚੌਧਰੀ ਡੱਲੇ ਨੇ ਜੋ ਕੁਝ ਬਚਨ ਦਤਾਰ ਦੇ ਨਾਲ ਕੀਤਾ ਹੈ, ਉਹ ਆਪਣੇ ਸਿਪਾਹੀਆਂ ਦੇ ਸਾਹਮਣੇ ਉਜਾਗਰ ਕਰ ਦਿੱਤਾ। ਚੌਧਰੀ ਡੱਲੇ ਨੇ ਆਖਿਆ, ਮਰਦੋ ਤੁਹਾਡੇ ਸੀਨੇ ਚੌੜੇ ਨੇ, ਤਬੇ ਥੱਬੇ ਦੇ ਤੁਹਾਡੇ ਡੌਲੇ ਨੇ, ਤੁਹਾਡੇ ਜੁੱਸਿਆਂ ਵਿੱਚ ਤਾਕਤ ਬੜੀ ਹੈ। ਨੋਟ ਕਰੋ, ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਾਹਮਣੇ ਮੈਂ ਤੁਹਾਡੀ ਵਡਿਆਈ ਕੀਤੀ ਹੈ। ਅੱਜ ਮਹਾਰਾਜ ਨੇ ਇੱਕ ਮਰਦ ਦੀ ਮੰਗ ਕੀਤੀ ਹੈ, ਇੱਕ ਬੰਦੇ ਦੀ ਮੰਗ ਕੀਤੀ ਹੈ, ਜਿਹੜਾ ਸੀਨਾ ਤਾਣ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਗੋਲੀ ਦਾ ਨਿਸ਼ਾਨਾ ਬਣੇ। ਮਰਦੋ ਉਠੋ, ਦੇਰੀ ਨਾ ਲਾਓ ਔਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਾਹਮਣੇ ਜਾ ਕੇ ਅੱਖਾਂ ਬੰਦ ਕਰਕੇ ਸੀਨਾ ਤਾਣ ਦਿਓ। ਆਪੋ ਧਾਪੀ ਪੈ ਗਈ ਚੌਧਰੀ ਡੱਲੇ ਦੇ ਸਿਪਾਹੀਆਂ ਨੂੰ। ਕੋਈ ਪਿੱਛੇ ਨੂੰ ਦੌੜ ਰਿਹਾ ਹੈ, ਕੋਈ ਤੰਬੂ ਚ ਬਾਹਰ ਨੂੰ ਨਿਕਲ ਰਿਹਾ ਹੈ। ਚੌਧਰੀ ਡੱਲੇ ਨੇ ਵਾਸਤਾ ਪਾ ਕੇ ਆਖਿਆ, ਉਹ ਬਹਾਦਰੋ, ਤੁਹਾਡੀ ਵਡਿਆਈ, ਤੁਹਾਡੀ ਸੋਭਾ ਮੈਂ ਮਹਾਰਾਜ ਦੇ ਸਾਹਮਣੇ ਕੀਤੀ ਹੈ। ਹੁਣ ਮੇਰੀ ਇੱਜ਼ਤ ਦਾ ਸਵਾਲ ਹੈ, ਜੇ ਤੁਸੀਂ ਨਹੀਂ ਜਾਂਦੇ ਭਰੇ ਦਰਬਾਰ ਵਿੱਚ ਇੱਜ਼ਤ ਪੱਤ ਲੱਥ ਜਾਏਗੀ। ਚੌਧਰੀ ਡੱਲੇ ਦੇ ਸਿਪਾਹੀਆਂ ਨੇ ਆਖਿਆ, ਚੌਧਰੀ ਸਾਹਿਬ, ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜੰਗ ਲੜਨਾ ਹੋਵੇ ਅਸੀਂ ਮਦਦ ਕਰ ਸਕਦੇ ਹਾਂ, ਏਦਾਂ ਦੀ ਮੌਤ ਨਾ ਕੋਈ ਮਰਿਆ ਹੈ ਨਾ ਕੋਈ ਮਰੇਗਾ। ਚੌਧਰੀ ਡੱਲੇ ਨੇ ਤਰਲਾ ਮਾਰਿਆ, ਆਖਿਆ, ਮੈਂ ਧਨ ਦੌਲਤ ਜਗੀਰ ਨਿਸ਼ਾਵਰ ਕਰ ਦਿਆਂਗਾ, ਜਿੰਨੀ ਕੋਈ ਜ਼ਮੀਨ ਜਾਇਦਾਦ ਆਖੇ ਉਹਦੇ ਪਰਿਵਾਰ ਦੇ ਨਾਂ ਲਾ ਦਿਆਂਗਾ, ਪਰ ਮੇਰੀ ਇੱਜ਼ਤ ਦਾ ਸਵਾਲ ਹੈ, ਇੱਕ ਵਾਰੀ ਮੇਰਾ ਮਾਣ ਜ਼ਰੂਰ ਰੱਖਿਆ ਜਾਏ। ਚਲੋ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਮੰਗ ਨੂੰ ਪੂਰੀਆਂ ਕਰੋ। ਇੱਕ ਬੰਨੇ ਚੌਧਰੀ ਡੱਲਾ ਸਵਾਲ ਕਰਦਾ ਹੈ, ਦੂਜੇ ਬੰਨੇ ਉਹਦੇ ਸਿਪਾਹੀ ਜਵਾਬ ਦਿੰਦੇ ਹੈ। ਲਹਿਰੀਆ ਛੰਦਾ ਸਿੱਖ ਜਗਤ ਦੀ ਮਹਾਨ ਜੋੜੀ ਭਾਈ ਮੇਜਰ ਸਿੰਘ ਔਰ ਭਾਈ ਭਗਵੰਤ ਸਿੰਘ ਦੀ ਜ਼ਬਾਨੀ ਪਿਆਰ ਦੇ ਨਾਲ ਇਉਂ ਸੁਣੋ ਜੀ। ਸੋਣ ਗੁਰਾਂ ਦਾ ਹੁਕਮ ਡੱਲਾ ਆਇਆ ਹੈ, ਸਾਰੇ ਸਾਥੀਆਂ ਨੂੰ ਇੰਜ ਫਰਮਾਇਆ ਹੈ। ਕਹਿੰਦਾ ਗੁਰਾਂ ਨੇ ਹੁਕਮ ਮੈਨੂੰ ਲਾਇਆ ਹੈ, ਬੋਲ ਸ਼ੇਰ ਨਾਲ ਨਿਵੇ ਜੋ ਜ਼ਬਾਨੋਂ ਬੋਲੀ ਦਾ, ਉੱਠੇ ਸੂਰਮਾ ਜੋ ਬਣ ਜਾਏ ਨਿਸ਼ਾਨਾ ਗੋਲੀ ਦਾ। ਰੱਖੋ ਹੌਸਲਾ ਜਵਾਨੋ, ਪਾਸਾ ਵਟੋ ਨਾ, ਪੂਰਾ ਗੱਲ ਪਿਛੇ ਐਵੇਂ ਪਿਛੇ ਹਟੋ ਨਾ, ਪਿੱਠ ਦੇ ਕੇ ਗੁਰਾਂ ਤੋਂ ਬਦੀ ਖਟੋ ਨਾ, ਜਿਹੜਾ ਅਰਜ ਕਬੂਲੇ ਉਹਦਾ ਪਾਣੀ ਭਰੂੰਗਾ, ਧਨ ਦੌਲਤਾਂ ਦੇ ਨਾਲ ਮਾਲਾ ਮਾਲ ਕਰੂੰਗਾ। ਵਿੱਚ ਮਾਣ ਦੇ ਜਵਾਨੋਂ ਰੱਖੋ ਤੀਰ ਓਏ, ਤੁਹਾਡੇ ਬਣੇ ਨੇ ਫਲਾਦ ਦੇ ਸਰੀਰ ਓਏ, ਜਿੰਨੇ ਰਾਤੋਂ ਰਾਤ ਬਣਨਾ ਅਮੀਰ ਓਏ, ਪਊ ਬਦਲੇ ਚ ਸਹਿਣੀ ਥੋੜੀ ਤੰਗੀ ਉਸ ਨੂੰ, ਮੇਲ ਜਾਊਗੀ ਜਗੀਰ ਮੂੰਹ ਮੰਗੀ ਉਸ ਨੂੰ। ਛੱਡੋ ਨਿੱਕੀ ਨਿੱਕੀ ਗੱਲ ਨੂੰ ਵੰਗਾਰਨਾ, ਛੱਡੋ ਨਿੱਕੀ ਨਿੱਕੀ ਗੱਲ ਨੂੰ ਵਿਚਾਰਨਾ, ਰੋਜ਼ ਰੋਜ਼ ਕਿਹੜਾ ਗੁਰਾਂ ਨੇ ਵੰਗਾਰਨਾ, ਕਾਜ ਗੁਰਾਂ ਦਾ ਮਰਦ ਜਿਹੜੇ ਸਾਰਨਾ, ਲੈ ਲਵੇ ਦਸ਼ਮੇਸ਼ ਦੀ ਖੁਸ਼ੀ ਜਵਾਨ ਕੋਈ, ਖੜ ਜਾਵੇ ਜੋ ਬੰਦੂਕ ਅੱਗੇ ਹਿੱਕ ਤਾਣ ਕੋਈ। ਉਹ ਸੱਚ ਦੱਸਿਆ ਹੈ ਕੀਤਾ ਨਾ ਮਖੌਲ ਮੈਂ, ਤੁਹਾਡੀ ਕੀਤੀ ਵਡਿਆਈ ਗੁਰਾਂ ਕੋਲ ਮੈਂ, ਮੇਰੇ ਬਾਂਕੇ ਨੇ ਜਵਾਨ ਕਿਹਾ ਬੋਲ ਮੈਂ, ਆਖੇ ਲੱਗ ਜਾਓ ਮੇਰੇ ਤੁਸੀਂ ਐਵੇਂ ਡਰੋ ਨਾ, ਬਣੋ ਵਫਾਦਾਰ ਮੇਰੇ ਬੇਵਫਾਈ ਕਰੋ ਨਾ। ਭਾਗਾਂ ਵਾਲਾ ਹੈ ਗੁਰੂ ਦੇ ਹੱਥੋਂ ਮਰੇ ਜੋ, ਵਾਰ ਜਿੰਦੜੀ ਗੁਰੂ ਨੂੰ ਖੁਸ਼ ਕਰੇ ਜੋ, ਜੂੰਦਾ ਮਰ ਜਾਵੇ ਐਸੇ ਮੌਕੇ ਡਰੇ ਜੋ, ਸਿੱਧਾ ਸੂਰਗਾਂ ਨੂੰ ਜਾਊ ਲੈ ਟਿਕਟ ਤੁਰ ਦੀ, ਰੀਜ ਜਿਹੜਾ ਵੀ ਭਜਾਊਗਾ ਦਸਮ ਗੁਰ ਦੀ। ਮਾਣ ਤੁਹਾਡੇ ਉੱਤੇ ਕੀਤਾ ਬੇਮਿਸਾਲ ਹੈ, ਮੇਰੀ ਇੱਜ਼ਤ ਦਾ ਬਣਿਆ ਸਵਾਲ ਹੈ, ਮੈਂ ਤਾਂ ਵਾਦਾ ਕੀਤਾ ਗੁਰੂ ਜੀ ਦੇ ਨਾਲ ਹੈ, ਆਖੇ ਲੱਗ ਜਾਓ ਮੇਰੇ ਤੁਸੀਂ ਐਵੇਂ ਡਰੋ ਨਾ, ਬਣੋ ਵਫਾਦਾਰ ਮੇਰੇ ਬੇਵਫਾਈ ਕਰੋ ਨਾ। ਡੱਲਾ ਬੇਨਤੀ ਕਰਨ ਲੱਗਾ ਖਿਰ ਤੂੰ, ਡੱਲਾ ਬੇਨਤੀ ਕਰਨ ਲੱਗਾ ਫਿਰ ਤੂੰ, ਕਰਾਂ ਮਿਹਨਤਾਂ ਜਵਾਨੋਂ ਕਿੰਨੇ ਚਿਰ ਤੂੰ,
ਜੇ ਕਹੂੰ ਤਾਂ ਉਤਾਰ ਪੱਗ ਸਿਰ ਤੂੰ, ਤੁਹਾਡੇ ਕਦਮਾਂ 'ਚ ਰੱਖਦਾ ਲਹਾਜ ਰੱਖ ਲਓ। ਡੱਲਾ ਕਹਿੰਦਾ ਇੱਕ ਵੇਰੀ ਮੇਰੀ ਲਾਜ ਰੱਖ ਲਓ। ਅੱਗੋਂ ਡੱਲੇ ਨੂੰ ਜਵਾਨ ਕਹਿੰਦੇ ਮੋੜ ਕੇ, ਡੱਲੇ ਨੂੰ ਜਵਾਨ ਕਹਿੰਦੇ ਮੋੜ ਕੇ, ਸਾਡੇ ਵੱਲੋਂ ਹੈ ਜਵਾਬ ਪੱਕਾ ਤੋੜ ਕੇ। ਲੋਟਾ ਦੁੱਧ ਦਾ ਨਦੀ ਦੇ ਵਿੱਚ ਰੋੜ ਕੇ, ਚਾਹੇ ਨਦੀ ਵਿੱਚੋਂ ਕੱਢਣਾ ਦੁਬਾਰਾ ਚੌਧਰੀ, ਇੰਨੀ ਜਾਨ ਸਾਡੀ ਨਹੀਂ ਗੀ ਅਵਾਰਾ ਚੌਧਰੀ। ਜਿੰਨਾ ਸਮਝੇ ਤੂੰ ਅਮਰ ਨਿਦਾਨ ਨਹੀਂ, ਸਾਨੂੰ ਸੁਰਗਾਂ ਦਾ ਲਾਰਾ ਪਰਵਾਨ ਨਹੀਂ। ਐਸੀ ਸਾਸਤੀ ਅਸਾਂ ਦੀ ਜਿੰਦ ਜਾਨ ਨਹੀਂ, ਤੇਰੇ ਕਹਿਣ ਉੱਤੇ ਸਾਡੇ ਤੋਂ ਗਵਾਈ ਜਾਣੀ ਨਹੀਂ। ਮੌਤ ਛਿੱਲੜਾਂ ਦੇ ਵੱਟੇ ਗਾਲ ਲਾਈ ਜਾਣੀ ਨਹੀਂ। ਚੌਧਰੀ ਡੱਲੇ ਨੇ ਧਨ ਦੌਲਤ ਜਗੀਰ ਦਾ ਲਾਲਚ ਆਪਣੇ ਸਿਪਾਹੀਆਂ ਨੂੰ ਦੇ ਕੇ ਆਖਿਆ, ਬਹਾਦਰੋ ਧਨ ਦੌਲਤ ਜਿੰਨੀ ਆਖੋ, ਤੁਹਾਡੇ ਪਰਿਵਾਰਾਂ ਦੇ ਨਾਂ, ਤੁਹਾਡੇ ਬੱਚਿਆਂ ਦੇ ਨਾਂ ਮੈਂ ਲਾ ਦਿਆਂਗਾ, ਪਰ ਮੇਰੀ ਇੱਜ਼ਤ ਦਾ ਸਵਾਲ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਗੋਲੀ ਦਾ ਕੋਈ ਬੰਦਾ ਨਿਸ਼ਾਨਾ ਬਣੇ। ਇਤਿਹਾਸ ਕਹਿੰਦਾ ਹੈ ਚੌਧਰੀ ਦੇ ਸਿਪਾਹੀ ਨਾ ਮੰਨੇ, ਉਹਨਾਂ ਨੇ ਚੌਧਰੀ ਡੱਲੇ ਤੋਂ ਕੰਨੀ ਕਤਰਾਉਣ ਦੀ ਕੀਤੀ ਹੈ। ਆਖਰ ਚੌਧਰੀ ਡੱਲੇ ਪੈਂਤਰਾ ਲਿਆ, ਰਾਜਨੀਤਿਕ ਸੀ, ਇਹਨੇ ਸੋਚਿਆ ਹੋਰ ਡਾਢਾ ਤਰਲਾ ਮਾਰਿਆ ਜਾਏ। ਆਪਣੇ ਸਿਰ ਦੀ ਪੱਗ ਨੂੰ ਹੱਥ ਪਾ ਕੇ ਚੌਧਰੀ ਡੱਲਾ ਬੋਲਿਆ, ਮਰਦੋ ਜੇ ਜ਼ਮੀਨ ਜਾਇਦਾਦ ਦੀ ਖਾਤਰ ਨਹੀਂ ਮਰ ਸਕਦੇ, ਮੈਂ ਤੁਹਾਡੇ ਪੈਰਾਂ ਤੇ ਪੱਗ ਰੱਖ ਦਿੰਨਾ ਹੈ, ਮੇਰੀ ਇੱਜ਼ਤ ਦੀ ਖਾਤਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਾਹਮਣੇ ਇੱਕ ਬੰਦਾ ਚਲਿਆ ਜਾਏ। ਸਿਪਾਹੀ ਨਾ ਮੰਨੇ, ਰਾਜਨੀਤਿਕ ਡੱਲੇ ਨੇ ਇੱਕ ਹੋਰ ਤੀਰ ਮਾਰਿਆ। ਡੱਲਾ ਕਹਿੰਦਾ, ਉਹ ਮਰਦੋ ਜੇ ਮੇਰੀ ਇੱਜ਼ਤ ਦੀ ਖਾਤਰ ਜਾਂ ਧਨ ਦੌਲਤ ਦੀ ਖਾਤਰ ਨਹੀਂ ਮਰ ਸਕਦੇ, ਤੇ ਇੱਕ ਗੱਲ ਜ਼ਰੂਰ ਨੋਟ ਕਰੋ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਗੋਲੀ ਦਾ ਨਿਸ਼ਾਨਾ ਜਿਹੜਾ ਬੰਦਾ ਬਣੇਗਾ ਉਹ ਸਿੱਧਾ ਸਵਰਗਾਂ ਨੂੰ ਜਾਏਗਾ। ਹੁਣ ਸਿਪਾਹੀ ਕਿਹੜੇ ਘੱਟ ਨੇ, ਉਹਨਾਂ ਆਖਿਆ, ਚੌਧਰੀ ਸਾਹਿਬ ਭੋਲੀਆਂ ਗੱਲਾਂ ਨਾ ਕਰੋ, ਜੇ ਸਵਰਗ ਜ਼ਿਆਦਾ ਚੰਗੇ ਲੱਗਦੇ ਆ ਤੇ ਆਪ ਹੀ ਚਲੇ ਜਾਓ, ਸਾਡੇ ਤਰਲੇ ਕਿਉਂ ਮਾਰਦੇ ਹੋ। ਧੱਕੇ ਮਾਰ ਕੇ ਚੌਧਰੀ ਡੱਲੇ ਦੇ ਸਿਪਾਹੀਆਂ ਨੇ ਡੱਲੇ ਨੂੰ ਮੋੜ ਦਿੱਤਾ ਹੈ। ਹੁਣ ਨਮੋਸ਼ੀ ਦੇ ਸਾਗਰ ਵਿੱਚ ਡੁੱਬਿਆ ਹੋਇਆ ਚੌਧਰੀ ਡੱਲਾ, ਇਹਦਾ ਮਨ ਨਹੀਂ ਕਰਦਾ ਕਿ ਮੈਂ ਮਹਾਰਾਜ ਦੇ ਸਾਹਮਣੇ ਜਾਵਾਂ। ਆਖਰ ਸੋਚਾਂ ਦੇ ਸਾਗਰ ਵਿੱਚ ਗੋਤੇ ਖਾਂਦਾ ਹੋਇਆ ਚੌਧਰੀ ਮਹਾਰਾਜ ਦੇ ਦਰਬਾਰ ਵੱਲ ਨੂੰ ਤੁਰਿਆ ਜਾਂਦਾ ਹੈ। ਜਦੋਂ ਪਹਿਲਾਂ ਤੰਬੂ ਵੱਲ ਆਇਆ, ਇਹ ਰੰਦੀ ਤਰ੍ਹਾਂ ਛਾਲਾਂ ਮਾਰਦਾ ਸੀ, ਇਹਦਾ ਮਨ ਆਵਾਜ਼ਾਂ ਦਿੰਦਾ, ਡੱਲਿਆ ਧਨ ਦੌਲਤ ਜਗੀਰ ਦੀ ਖਾਤਰ ਕੀ ਨਹੀਂ ਖਰੀਦਿਆ ਜਾਂਦਾ। ਹਰ ਬੰਦਾ ਜਿਹਨੂੰ ਜਗੀਰ ਦਾ ਤੂੰ ਲਾਲਚ ਦੇਂਗਾ ਉਹ ਮਰਨ ਵਾਸਤੇ ਤਿਆਰ ਹੋ ਪਏਗਾ। ਪਰ ਸਿਪਾਹੀਆਂ ਨੇ ਜਦੋਂ ਟਕੇ ਵਰਗਾ ਜਵਾਬ ਦਿੱਤਾ। ਹੁਣ ਚੌਧਰੀ ਦੀ ਤੋਰ ਬਦਲ ਗਈ ਹੈ, ਇਉਂ ਤੁਰਦਾ ਹੈ ਜਿਵੇਂ ਟਾਈਫਾਇਡ ਦਾ ਮਰੀਜ਼ ਹਸਪਤਾਲ ਵੱਲ ਨੂੰ ਤੁਰਿਆ ਜਾਂਦਾ ਹੋਵੇ, ਪੈਰਾਂ ਤੇ ਪੈਰ ਰੱਖਦਾ। ਮਸਾਂ ਕਿੰਨੇ ਚਿਰ ਬਾਅਦ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਾਹਮਣੇ ਜਾ ਕੇ ਅਪੜਿਆ ਹੈ। ਸੱਚੇ ਪਾਤਸ਼ਾਹ ਨੇ ਸੋਚਿਆ ਚੌਧਰੀ ਡੱਲਾ ਕੱਲਾ ਹੀ ਤੁਰਿਆ ਆਉਂਦਾ ਹੈ, ਇਹਦੇ ਸਿਪਾਹੀਆਂ ਨੇ ਇਹਨੂੰ ਜਵਾਬ ਦੇ ਦਿੱਤਾ ਹੈ। ਇਤਿਹਾਸ ਕਹਿੰਦਾ ਹੈ ਮਹਾਰਾਜ ਦੇ ਸਾਹਮਣੇ ਜਾ ਕੇ ਚੌਧਰੀ ਡੱਲਾ ਜੇ ਖਲੋਣੀ ਲੱਗਾ ਹੈ, ਮਹਾਰਾਜ ਨੇ ਸਵਾਲ ਕੀਤਾ, ਡੱਲਿਆ ਜਿਹੜੇ ਬੰਦਿਆਂ ਦੀਆਂ ਤਾਰੀਫਾਂ ਕਰਦਾ ਸੈਂ, ਜਿਹੜੇ ਮਰਦਾਂ ਦੀਆਂ ਵਡਿਆਈਆਂ ਕਰਦਾ ਸੈਂ, ਜਿਨ੍ਹਾਂ ਨੂੰ ਸੂਰਮੇ ਦੱਸਦਾ ਹੈ, ਜਿਨ੍ਹਾਂ ਨੂੰ ਕਹਿੰਦਾ ਬਲ ਦੀ ਅੱਗ ਵਿੱਚ ਛਾਲ ਮਾਰ ਸਕਦੇ ਹੈ, ਹੁਣ ਇੱਕ ਵੀ ਤੇਰੇ ਨਾਲ ਨਜ਼ਰ ਨਹੀਂ ਆਉਂਦਾ। ਕਿੱਥੇ ਨੇ ਤੇਰੇ ਮਰਦ, ਕਿੱਥੇ ਨੇ ਤੇਰੇ ਬਹਾਦਰ ਬਾਂਕੇ ਸਿਪਾਹੀ। ਚੌਧਰੀ ਡੱਲੇ ਨੇ ਆਖਿਆ, ਮਹਾਰਾਜ ਕੀ ਕਰਾਂ ਬਗਾਨਿਆਂ ਪੁੱਤਾਂ ਨੂੰ, ਪੱਥਰ ਜੇ ਭਾਰੇ ਬੁੱਤਾਂ ਨੂੰ, ਪਾਣੀ ਵਿੱਚ ਤਰਨਾ ਔਖਾ ਹੈ, ਬਿਨ ਮਤਲਬ ਮਰਨਾ ਔਖਾ ਹੈ। ਸੱਚੇ ਪਾਤਸ਼ਾਹ ਮੇਰੇ ਸਿਪਾਹੀਆਂ ਨੇ ਜਵਾਬ ਦੇ ਦਿੱਤਾ ਹੈ। ਉਹ ਕਹਿੰਦੇ ਦਤਾਰ ਨੇ ਜੰਗ ਲੜਨੀ ਹੋਵੇ ਤੇ ਮਦਦ ਕਰ ਦਿਆਂਗੇ, ਇਦਾਂ ਦੀ ਮੌਤ ਨਾ ਕੋਈ ਮਰਿਆ ਹੈ ਤੇ ਨਾ ਕੋਈ ਮਰੇਗਾ। ਮਹਾਰਾਜ ਦੇ ਹੱਥ ਵਿੱਚ ਬੰਦੂਕ ਹੈ। ਚੌਧਰੀ ਡੱਲੇ ਵੱਲ ਨੂੰ ਦਤਾਰ ਨੇ ਕਰ ਦਿੱਤੀ। ਹਜੂਰ ਨੇ ਬਚਨ ਕੀਤਾ, ਉਹ ਡੱਲਿਆ ਇਹ ਸਾਡੇ ਹੱਥ ਵਿਚਲੀ ਜਿਹੜੀ ਬੰਦੂਕ ਹੈ ਇਹ ਸਿਪਾਹੀ ਤੇ ਸਰਦਾਰ ਵਿੱਚ ਫਰਕ ਨਹੀਂ ਸਮਝਦੀ। ਜੇ ਤੇਰੇ ਸਿਪਾਹੀ ਨਹੀਂ ਆ ਸਕੇ, ਤੂੰ ਉਹਨਾਂ ਦਾ ਸਰਦਾਰ ਹੈ, ਛਾਤੀ ਤਾਣ ਕੇ ਖਲੋ ਜਾ, ਤੇਰੀ ਹਿੱਕ ਵਿੱਚ ਗੋਲੀ ਮਾਰੀਏ। ਕੰਮ ਉੱਠਿਆ 84 ਪਿੰਡਾਂ ਦਾ ਮਾਲਕ ਪਸੀਨਿਓਂ ਪਸੀਨੀ ਹੋ ਗਿਆ, ਤਰੇਲੀਆਂ ਆਉਣ ਲੱਗੀਆਂ। ਇਤਿਹਾਸ ਵਿੱਚ ਲਿਖਿਆ ਹੈ ਕਮਜ਼ੋਰ ਦਿਲ ਦਾ ਮਾਲਕ ਚੌਧਰੀ ਡੱਲਾ ਡੋਲ ਗਿਆ। ਇਹਦੇ ਮਨ ਨੇ ਆਖਿਆ, ਉਹ ਚੌਧਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਘੋੜਾ ਦੱਬਣ ਤੋਂ ਪਹਿਲਾਂ ਹੱਥ ਜੋੜ ਕੇ ਦਤਾਰ ਦੇ ਪੈਰੀਂ ਪੈ ਕੇ ਜ਼ਿੰਦਗੀ ਭੀਖ ਵਿੱਚ ਮੰਗ ਲੈ। ਝੁਕ ਗਿਆ ਮਹਾਰਾਜ ਦੇ ਸਾਹਮਣੇ, ਦਾਤਾਰ ਦੇ ਚਰਨੀ ਹੱਥ ਲਾ ਕੇ ਚੌਧਰੀ ਡੱਲੇ ਨੇ ਆਖਿਆ, ਸੱਚੇ ਪਾਤਸ਼ਾਹ ਜਿਸ ਤਰ੍ਹਾਂ ਦੇ ਮੇਰੇ ਸਿਪਾਹੀ ਕਹਿਰ ਤੇ ਕਮਜ਼ੋਰ ਨੇ, ਮੈਂ ਵੀ ਉਹਨਾਂ ਵਰਗਾ ਕਹਿਰ ਬੁਝਦਿਲ ਤੇ ਡਰਪੋਕ ਹਾਂ। ਸੱਚੇ ਪਾਤਸ਼ਾਹ ਮੇਰੇ ਵਿੱਚ ਮਰਨ ਦੀ ਹਿੰਮਤ ਕਿੱਥੇ। ਹੱਥ ਜੋੜ ਕੇ ਮੈਂ ਭੀਖ ਵਿੱਚ ਤੁਹਾਡੇ ਤੋਂ ਜ਼ਿੰਦਗੀ ਮੰਗਦਾ ਹੈ, ਕਿਰਪਾ ਕਰਕੇ ਮੇਰੀ ਹਿੱਕ ਵਿੱਚ ਗੋਲੀ ਨਾ ਮਾਰੀ ਜਾਏ। ਸੱਚੇ ਪਾਤਸ਼ਾਹ ਨੇ ਬਚਨ ਕੀਤਾ, ਉਹ ਚੌਧਰੀ ਡੱਲਿਆ ਥੋਥੀ ਜ਼ਿੰਦਗੀ ਦੀ ਖਾਤਰ ਜੇ ਬਾਬੇ ਨਾਨਕ ਦੇ ਦਰ ਤੇ ਹੱਥ ਜੋੜਦਾ ਹੈ ਤੇ ਇਸ ਦਰ ਦੀਆਂ ਸਿਫਤਾਂ ਜੋ ਮੰਗਿਆ ਜਾਏ ਮਿਲ ਜਾਂਦਾ ਹੈ। ਮਹਾਰਾਜ ਨੇ ਆਖਿਆ, ਡੱਲਿਆ
ਜਾਂ ਤੈਨੂੰ ਜ਼ਿੰਦਗੀ ਦਿੱਤੀ, ਪਰ ਜਾਈ ਨਾ ਇੱਥੇ ਬਹਿ ਕੇ ਵੇਂਦਾ ਰਹੀ। ਤੂੰ 84 ਪਿੰਡਾਂ ਦਾ ਮਾਲਕ, ਤੇਰੀ ਕਮਾਨ ਥੱਲੇ 500 ਬੰਦਾ ਕੰਮ ਕਰਦਾ ਹੈ। ਜਿਹੜਾ ਕੰਮ ਤੇਰੇ ਤੋਂ ਨਹੀਂ ਹੋਇਆ ਉਹ ਸਾਡਾ ਇੱਕ ਸਿੱਖ ਉੱਠ ਕੇ ਕਰੋ ਖਾ ਲੇਗਾ। ਇਤਿਹਾਸ ਵਿੱਚ ਲਿਖਿਆ ਹੈ, ਬਹਿ ਗਿਆ ਚੌਧਰੀ ਡੱਲਾ, ਮਹਾਰਾਜ ਤਖਤ ਤੇ ਉੱਠ ਕੇ ਖਲੋ ਗਏ। ਦਾਤਾਰ ਨੇ ਉੱਚੀ ਆਵਾਜ਼ ਦੇ ਕੇ ਆਖਿਆ, ਮਰਦੋ ਬਾਬੇ ਨਾਨਕ ਦੀ ਖੁਸ਼ੀ ਲੈਣ ਵਾਲਾ ਇੱਕ ਸੂਰਮਾ ਆਵੇ, ਅਸੀਂ ਉਹਦੀ ਹਿੱਕ ਵਿੱਚ ਗੋਲੀ ਮਾਰ ਕੇ ਬੰਦੂਕ ਦੀ ਪਰਖ ਕਰਨੀ ਹੈ। ਆਵਾਜ਼ ਸੁਣੀ, ਦੋ ਮਰਦਾਂ ਨੇ, ਮਜਬੀ ਸਿੱਖ ਘਰਾਣੇ ਨਾਲ ਸੰਬੰਧ ਰੱਖਣ ਵਾਲੇ ਬਾਬਾ ਵੀਰ ਸਿੰਘ ਜੀ ਔਰ ਬਾਬਾ ਧੀਰ ਸਿੰਘ ਜੀ। ਆਵਾਜ਼ ਸੁਣਦਿਆਂ ਸਾਰ ਇਹ ਸੱਚੇ ਪਾਤਸ਼ਾਹ ਵੱਲ ਨੂੰ ਦੌੜੇ ਜਾਂਦੇ ਨੇ। ਇਤਿਹਾਸ ਵਿੱਚ ਲਿਖਿਆ ਹੈ, ਮਹਾਰਾਜ ਦੇ ਸਾਹਮਣੇ ਜਾ ਕੇ ਇਹ ਦੋਵੇਂ ਆਪਣਾ ਆਪਣਾ ਪੱਖ ਰੱਖਣ ਲੱਗੇ। ਵੀਰ ਸਿੰਘ ਕਹਿੰਦਾ, ਸੱਚੇ ਪਾਤਸ਼ਾਹ ਤੁਹਾਡੀ ਆਵਾਜ਼ ਮੈਂ ਪਹਿਲਾਂ ਸੁਣੀ ਹੈ, ਮੇਰੀ ਹਿੱਕ ਵਿੱਚ ਗੋਲੀ ਮਾਰੀ ਜਾਏ। ਧੀਰ ਸਿੰਘ ਵੀਰ ਸਿੰਘ ਨੂੰ ਬਾਹੋਂ ਫੜ ਕੇ ਪਿੱਛੇ ਕਰ ਦਿੰਦਾ ਹੈ, ਕਹਿੰਦਾ ਦੀਨ ਦੁਨੀਆ ਦੇ ਮਾਲਕਾ, ਆਵਾਜ਼ ਤੇ ਮੈਂ ਪਹਿਲਾਂ ਸੁਣੀ ਹੈ, ਪਰ ਅੱਗੇ ਇਹ ਲੱਗ ਗਿਆ ਹੈ, ਕਿਰਪਾ ਕਰਕੇ ਮਰਨ ਦਾ ਹੱਕ ਮੇਰਾ ਬਣਦਾ ਹੈ, ਮੇਰੀ ਹਿੱਕ ਵਿੱਚ ਗੋਲੀ ਮਾਰੀ ਜਾਏ। ਆਓ ਤੱਕ ਇਹ ਦੋ ਸਿਦਕੀ ਸੂਰਮੇ ਸੱਚੇ ਪਾਤਸ਼ਾਹ ਦੇ ਸਾਹਮਣੇ ਖੜੇ ਲਾੜੀ ਮੌਤ ਵਰਨ ਦੀ ਖਾਤਰ ਆਪਣਾ ਆਪਣਾ ਪੱਖ ਦਤਾਰ ਅੱਗੇ ਹੈ ਇਉਂ ਪੇਸ਼ ਕਰਦੇ ਹੈ। ਵੀਰ ਸਿੰਘ ਤੇ ਧੀਰ ਸਿੰਘ ਨੇ ਹੁਕਮ ਗੁਰਾਂ ਦਾ ਪਾਇਆ, ਦੋਹਾਂ ਜੋਧਿਆਂ ਸਤਿਗੁਰ ਦੇ ਅੱਗੇ ਸੀਸ ਨਵਾਇਆ। ਦੋਵੇਂ ਹੱਥ ਬੰਨ ਆਖਦੇ, ਨਿਭੇ ਸਿੱਖ ਗੁਰੂ ਦਾ ਜਰਾਨਾ, ਛੇਤੀ ਕਰ ਸੱਚੇ ਪਾਤਸ਼ਾਹ, ਹਿੱਕ ਵਿੱਚ ਮਾਰ ਤੂੰ ਨਿਸ਼ਾਨਾ, ਛੇਤੀ ਕਰ ਸੱਚੇ ਪਾਤਸ਼ਾਹ, ਹਿੱਕ ਵਿੱਚ ਠੋਕ ਦੇ ਨਿਸ਼ਾਨਾ। ਮਰਦ ਹਮੇਸ਼ਾ ਮੌਤ ਸਾਹਮਣੇ ਹੱਸ ਛਾਤੀ ਨੂੰ ਡਾਉਂਦੇ, ਉਹ ਜਿੰਦੇ ਹੀ ਮਰ ਜਾਂਦੇ ਨੇ ਜੋ ਮਰਨ ਨੂੰ ਘਬਰਾਉਂਦੇ। ਮੁਕਤੀ ਦੀ ਦਾਤ ਮੰਗੀਏ, ਹੋ ਜੇ ਸਾਡੀ ਸਫਲ ਜਵਾਨੀ, ਚੰਗੀ ਗੱਲ ਤੋਂ ਹੋਰ ਕੀ, ਗੁਰਾਂ ਲੇਖੇ ਲੱਗੇ ਜ਼ਿੰਦਗਾਨੀ, ਚੰਗੀ ਗੱਲ ਤੋਂ ਹੋਰ ਕੀ, ਗੁਰਾਂ ਲੇਖੇ ਲੱਗੇ ਜ਼ਿੰਦਗਾਨੀ। ਵੇਖੋ ਕਿੱਦਾਂ ਇੱਕ ਦੂਜੇ ਦੇ ਮੂਹਰੇ ਹੋ ਖੜਦੇ, ਖੁਸ਼ੀ ਗੁਰਾਂ ਦੀ ਲੈਣ ਵਾਸਤੇ ਮੌਤ ਵਰਨ ਲਈ ਲੜਦੇ। ਪਿਆਰੀ ਹੈ ਖੁਸ਼ੀ ਗੁਰੂ ਦੀ, ਰਤਾ ਵੀ ਪਿਆਰੀਆਂ ਨਹੀਂ ਜਾਨਾ, ਛੇਤੀ ਕਰ ਸੱਚੇ ਪਾਤਸ਼ਾਹ, ਹਿੱਕ ਵਿੱਚ ਮਾਰ ਦੇ ਨਿਸ਼ਾਨਾ, ਛੇਤੀ ਕਰ ਸੱਚੇ ਗੁਰੂ ਜੀ, ਹਿੱਕ ਵਿੱਚ ਠੋਕ ਦੇ ਨਿਸ਼ਾਨਾ। ਉਹ ਅਗਲੇ ਨੂੰ ਫੜ ਬਾਹੋਂ ਪਿਛਲਾ, ਤੂੰ ਕੇ ਪਿੱਛੇ ਕਰਦਾ, ਪਿਛਲਾ ਫਿਰ ਅਗਲੇ ਦੀ ਥਾਂ ਤੇ ਆਨ ਦੁਬਾਰਾ ਖੜਦਾ। ਇਹ ਅੱਜ ਵੀ ਨਜ਼ਾਰਾ ਜੋ ਵੇਖ ਵੇਖ ਹੁੰਦੀ ਹੈ ਹੈਰਾਨੀ, ਚੰਗੀ ਗੱਲ ਤੋਂ ਚੰਗੀ ਗੱਲ ਤੋਂ ਹੋਰ ਕੀ, ਗੁਰਾਂ ਲੇਖੇ ਲੱਗੇ ਜ਼ਿੰਦਗਾਨੀ, ਚੰਗੀ ਗੱਲ ਤੋਂ ਹੋਰ ਕੀ, ਗੁਰਾਂ ਲੇਖੇ ਲੱਗੇ ਜ਼ਿੰਦਗਾਨੀ। ਮਰਦ ਹਮੇਸ਼ਾ ਅਣਖ ਵਾਸਤੇ ਲਾਉਣ ਸਿਰਾਂ ਦੀਆਂ ਸਾਈਆਂ, ਜਿੰਨਾ ਲਾਈਆਂ ਤੋੜਨ ਬਾਗੇ ਖੱਟ ਗਏ ਨੇ ਵਡਿਆਈਆਂ। ਆਸ਼ਿਕਾਂ ਨੇ ਹੱਸ ਹੱਸ ਕੇ ਮੌਤ ਵਾਲਾ ਬੰਨੇ ਆਹ ਗਾਨਾ, ਛੇਤੀ ਕਰ ਸੱਚੇ ਪਾਤਸ਼ਾਹ, ਹਿੱਕ ਵਿੱਚ ਠੋਕ ਦੇ ਨਿਸ਼ਾਨਾ, ਛੇਤੀ ਕਰ ਸੱਚੇ ਗੁਰੂ ਜੀ, ਹਿੱਕ ਵਿੱਚ ਮਾਰ ਤੂੰ ਨਿਸ਼ਾਨਾ। ਇੱਕ ਦੂਜੇ ਦੇ ਮੂਹਰੇ ਹੋ ਆਪਣਾ ਹੱਕ ਜਿਤਾਉਂਦੇ, ਸਤਿਗੁਰ ਹੱਥੋਂ ਦੋਵੇਂ ਸਿਦਕੀ ਜੋ ਦੇ ਮਰਨਾ ਚਾਹੁੰਦੇ। ਕਾਦੀ ਹੁਣ ਦਾਤਾ ਦੇ ਰਹੇ, ਔਖ ਦੇ ਸਿਰਾਂ ਦੇ ਦਾਨੀ, ਚੰਗੀ ਗੱਲ ਤੋਂ ਹੋਰ ਕੀ, ਗੁਰਾਂ ਲੇਖੇ ਲੱਗੇ ਜ਼ਿੰਦਗਾਨੀ, ਚੰਗੀ ਗੱਲ ਤੋਂ ਹੋਰ ਕੀ, ਗੁਰਾਂ ਲੇਖੇ ਲੱਗੇ ਜ਼ਿੰਦਗਾਨੀ। ਉਹ ਮੁਕਤੀ ਦਾ ਦਰ
ਖੋਲ ਦਿਓ ਹੁਣ ਦਾਤੇ ਪਰ ਅਪਕਾਰੀ, ਮੁਕਤੀ ਦਾ ਦਰ ਖੋਲ ਦਿਓ ਹੁਣ ਦਾਤੇ ਪਰ ਅਪਕਾਰੀ। ਅਮਰਜੀਤ ਸਿਆ ਇੱਕ ਦੂਜਾ ਆਖੇ ਮੇਰੀ ਪਹਿਲਾਂ ਵਾਰੀ, ਵਾਹ ਮੱਚਦੀ ਹੋਈ ਸ਼ਮਾ ਵੇਖ ਕੇ ਮੁੜਦਾ ਨੀ ਪਿੱਛੇ ਪਰਵਾਨਾ। ਛੇਤੀ ਕਰ ਸੱਚੇ ਗੁਰੂ ਜੀ ਇੱਕ ਵਿੱਚ ਮਾਰ ਦੇ ਨਿਸ਼ਾਨਾ। ਛੇਤੀ ਕਰ ਸੱਚੇ ਪਾਤਸ਼ਾਹ ਇੱਕ ਵਿੱਚ ਠੋਕ ਦੇ ਨਿਸ਼ਾਨਾ। ਉਹ ਚੰਗੇ ਕਰਮ ਮਰੀਦ ਕਰੇ ਜੋ ਕੰਮ ਮੁਰਸ਼ਿਦ ਤੇ ਆਵੇ, ਨਾਲ ਸਵਾਬੀ ਮੁਕਤ ਹੋਣ ਦਾ ਮੌਕਾ ਰੱਬ ਬਣਾਵੇ। ਤੈਥੋਂ ਕੁਰਬਾਨ ਜੀ ਹੱਸ ਹੱਸ ਕਰੀਏ ਜਵਾਨੀ, ਚੰਗੀ ਗੱਲ ਏ ਤੋਂ ਚੰਗੀ ਗੱਲ ਏ ਤੋਂ ਹੋਰ ਕੀ, ਗੁਰਾਂ ਲੇਖੇ ਲੱਗੇ ਜ਼ਿੰਦਗਾਨੀ। ਚੰਗੀ ਗੱਲ ਏ ਤੋਂ ਹੋਰ ਕੀ, ਗੁਰਾਂ ਲੇਖੇ ਲੱਗੇ ਜ਼ਿੰਦਗਾਨੀ। ਵੀਰ ਸਿੰਘ ਤੇ ਧੀਰ ਸਿੰਘ ਸਾਹਿਬ ਮੌਤ ਵਰਨ ਦੀ ਖਾਤਰ ਮਹਾਰਾਜ ਦੇ ਸਾਹਮਣੇ ਆਪਣਾ ਆਪਣਾ ਪੱਖ ਰੱਖਦੇ ਐ। ਉਹ ਕਹਿੰਦਾ ਮਹਾਰਾਜ ਮਰਨ ਦਾ ਮੇਰਾ ਹੱਕ ਹੈ, ਮੇਰੀ ਹਿੱਕ ਵਿੱਚ ਗੋਲੀਆਂ ਮਾਰੀਆਂ ਜਾਣ। ਸੱਚੇ ਪਾਤਸ਼ਾਹ ਨੇ ਵੇਖਿਆ ਸਿੱਖੀ ਜਜ਼ਬਾ ਦਵਾਂ ਮਰਦਾਂ ਦੇ ਅੰਦਰ। ਮਹਾਰਾਜ ਨੇ ਆਪਣੇ ਮੁਖਾਰਬਿੰਦ ਤੋਂ ਆਖਿਆ ਗੁਰਸਿੱਖੋ ਇੱਕ ਨੂੰ ਆਵਾਜ਼ ਮਾਰਿਆ, ਜੇ ਦੋ ਆ ਗਏ ਤੇ ਕੋਈ ਗੱਲ ਨਹੀਂ, ਦਵੇਂ ਬਾਬੇ ਨਾਨਕ ਦੇ ਦਰ ਤੇ ਪ੍ਰਵਾਨ ਹੋ, ਲੜੋ ਨਾ, ਲੜਨ ਦੀ ਲੋੜ ਨਹੀਂ। ਇੱਕ ਲਾਈਨ ਵਿੱਚ ਅੱਖਾਂ ਬੰਦ ਕਰਕੇ ਹੱਥ ਜੋੜ ਕੇ ਖਲੋ ਜੋ, ਸਾਡੀ ਬੰਦੂਕ ਦੀ ਗੋਲੀ ਤੁਹਾਡੇ ਦਵਾਂ ਦੇ ਸੀਨੇ ਦੇ ਵਿੱਚ ਦੀ ਪਾਰ ਹੋ ਜਾਏਗੀ। ਚੌਧਰੀ ਡੱਲਾ ਲਾਗੇ ਬੈਠਾ ਇਹ ਨਜ਼ਾਰਾ ਆਪਣੀਆਂ ਅੱਖਾਂ ਨਾਲ ਵੇਖ ਰਿਹਾ ਹੈ। ਉਹਨੂੰ ਯਾਦ ਆ ਰਹੀ ਹੈ 500 ਬੰਦਿਆਂ ਦੀ ਜਿਨ੍ਹਾਂ ਟਕੇ ਵਰਗਾ ਜਵਾਬ ਦੇ ਕੇ ਮੋੜ ਦਿੱਤਾ। ਇੱਧਰ ਦੋ ਮਰਦ ਦਵੇਂ ਮੌਤੋਂ ਬੇਪਰਵਾਹ ਹੱਥ ਜੋੜ ਕੇ ਸੱਚੇ ਪਾਤਸ਼ਾਹ ਦੇ ਸਾਹਮਣੇ ਗੋਲੀ ਦੀ ਉਡੀਕ ਵਿੱਚ ਖੜੇ ਨੇ। ਚੌਧਰੀ ਡੱਲਾ ਵੇਖ ਵੇਖ ਕੇ ਹੈਰਾਨ ਹੋ ਰਿਹਾ ਹੈ, ਨਾਲੇ ਸੋਚਾਂ ਵਿੱਚ ਪੈ ਗਿਆ। ਇਤਿਹਾਸ ਕਹਿੰਦਾ ਹੈ ਮਹਾਰਾਜ ਨੇ ਬਾਬਾ ਵੀਰ ਸਿੰਘ ਤੇ ਧੀਰ ਸਿੰਘ ਨੂੰ ਇੱਕ ਲਾਈਨ ਵਿੱਚ ਖਲੋਣ ਦਾ ਆਦੇਸ਼ ਹੁਕਮ ਦੇ ਦਿੱਤਾ ਹੈ। ਦਵੇਂ ਮਰਦ ਤਾਣ ਕੇ ਛਾਤੀਆਂ ਜੋੜ ਕੇ ਹੱਥ ਨੇਤਰ ਬੰਦ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਅਸੀਸ ਦੇ ਪਾਤਰ ਬਣਨ ਲਈ ਖਲੋਤੇ ਹੋਏ ਨੇ। ਮਹਾਰਾਜ ਨੇ ਬੰਦੂਕ ਦੀ ਨਾਲੀ ਇਹਨਾਂ ਦੇ ਸੀਨਿਆਂ ਵੱਲ ਨੂੰ ਸਿੱਧੀ ਕੀਤੀ ਹੈ। ਚੌਧਰੀ ਡੱਲਾ ਵੇਖ ਰਿਹਾ ਹੈ ਵੀ ਕਦੋਂ ਮਹਾਰਾਜ ਘੋੜਾ ਦੱਬਣ ਤੇ ਅਗਲਾ ਨਜ਼ਾਰਾ ਵੇਖਿਆ ਜਾਏ। ਮਹਾਰਾਜ ਕਰਕੇ ਸੰਗੀਨ ਸਿੱਧੀ ਇਹਨਾਂ ਮਰਦਾਂ ਵੱਲ ਨੂੰ ਜਦੋਂ ਦਤਾਰ ਲੱਗੇ ਘੋੜਾ ਦੱਬਣ, ਥੋੜੀ ਜੀ ਬੈਰ ਲੁੱਚੀ ਕਰਕੇ ਇਹਨਾਂ ਦੇ ਕੰਨ ਕੋਲ ਦੀ ਗੋਲੀ ਕੱਢ ਦਿੱਤੀ ਹੈ। ਹੁਣ ਚੌਧਰੀ ਡੱਲਾ ਰਿਆ ਨਾ ਗਿਆ, ਰਾਜਨੀਤਿਕ ਸੀ, ਉੱਠ ਕੇ ਆ ਗਿਆ, ਕਹਿਣ ਲੱਗਾ ਸੱਚੇ ਪਾਤਸ਼ਾਹ ਜੇ ਗੋਲੀ ਉੱਤੋਂ ਦੀ ਕੱਢਣੀ ਤੇ ਮੈਨੂੰ ਕੀੜੇ ਪਏ ਸਨ, ਮੇਰੇ ਉੱਤੋਂ ਦੀ ਕੱਢ ਦਿੰਦੇ। ਮਹਾਰਾਜ ਨੇ ਆਖਿਆ ਚੌਧਰੀ ਡੱਲਿਆ ਨਹੀਂ, ਇਹ ਬਾਬੇ ਨਾਨਕ ਦੇ ਦਰ ਤੇ ਸਿਰ ਦੇਣ ਵਾਸਤੇ ਉੱਠ ਪਿਆ। ਜਿਹੜਾ ਸਿਰ ਦੇਣ ਲਈ ਉੱਠ ਪਏ ਉਹਦਾ ਵੱਢੀਏ ਜਾਂ ਨਾ ਵੱਢੀਏ, ਉਹ ਗੁਰੂ ਨਾਨਕ ਦੇ ਦਰ ਪ੍ਰਵਾਨ ਹੈ। ਇਹ ਜਿਉਂਦੇ ਹੀ ਮੁਕਤ ਨੇ। ਇਹ ਵਰਦਾਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੇ ਬਾਬਾ ਵੀਰ ਸਿੰਘ ਤੇ ਧੀਰ ਸਿੰਘ ਨੂੰ ਦਿੱਤਾ। ਚੌਧਰੀ ਡੱਲੇ ਨੇ ਇਹਨਾਂ ਦੇ ਸਿੱਖੀ ਜਜ਼ਬੇ ਤੋਂ ਪ੍ਰੇਰਨਾ ਲੈ ਕੇ ਮਹਾਰਾਜ ਦਾ ਤਰਲਾ ਮਾਰਿਆ, ਦਾਤਾ ਮੇਰੇ ਅੰਦਰ ਵੀ ਇਹੋ ਜਿਹੀ ਤਾਕਤ ਭਰ ਦਿਓ। ਮਹਾਰਾਜ ਨੇ ਹੁਕਮ ਕੀਤਾ ਚੌਧਰੀ ਬਾਣੀ ਔਰ ਬਾਣੇ ਨਾਲ ਜੁੜਨਾ ਪਏਗਾ, ਤੇਰੇ ਲੋਕ ਸੁਖੀਏ ਤੇ ਪਰਲੋਕ ਸਹੇਲੇ ਹੋ ਜਾਣਗੇ। ਇਤਿਹਾਸ ਕਹਿੰਦਾ ਚੌਧਰੀ ਡੱਲੇ ਨੇ, ਡੱਲੇ ਦੇ ਪਰਿਵਾਰ ਨੇ ਔਰ ਹੋਰ ਉਹਦੇ ਹਮਾਇਤੀਆਂ ਅਨੇਕਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਖੰਡੇ ਬਾਟੇ ਦੀ ਪੌਲ ਲਈ। ਚੌਧਰੀ ਡੱਲੇ ਤੋਂ ਡੱਲਾ ਸਿੰਘ ਸਜ ਗਿਆ ਔਰ ਸਤਿਗੁਰਾਂ ਦੀ ਅਸੀਸ ਦਾ ਪਾਤਰ ਬਣਿਆ। ਇਤਿਹਾਸ ਕਹਿੰਦਿਆਂ ਅਨੇਕਾਂ ਗਲਤੀਆਂ ਕਰ ਗਈਆਂ। ਸਾਧ ਸੰਗਤ ਇੱਕ ਕਵੀਸ਼ਰ ਜਥਾ ਕਵੀਸ਼ਰੀ ਦੇ ਬਾਦਸ਼ਾਹ ਗਿਆਨੀ ਜਰਨੈਲ ਸਿੰਘ ਸੁਭਰਾਵਾਂ ਦਾ ਜਥਾ ਹੈ। ਉਹਨਾਂ ਦਾ 26-27 ਸਾਲ ਸਾਥ ਨਿਭਾਉਣ ਵਾਲੀ ਪੰਥ ਪ੍ਰਸਿੱਧ ਜੋੜੀ ਭਾਈ ਮੇਜਰ ਸਿੰਘ ਜੀ ਔਰ ਭਾਈ ਭਗਵਾਨ ਸਿੰਘ ਜੀ ਸੁਭਰਾ, ਜਿਨ੍ਹਾਂ ਦੀਆਂ ਆਵਾਜ਼ਾਂ ਵਿੱਚ 112 ਦੇ ਕਰੀਬ ਪ੍ਰਸੰਗ ਆਪ ਜੀ ਪਹਿਲਾਂ ਸਰਵਣ ਕਰ ਚੁੱਕੇ ਹੋ। ਹੁਣੇ ਨਵੀਆਂ ਕੈਸਟਾਂ ਤੁਹਾਡਿਆਂ ਚਰਨਾਂ ਵਿੱਚ ਪਹੁੰਚਾਉਣ ਦਾ ਉਪਰਾਲਾ ਕੀਤਾ ਗਿਆ ਹੈ। ਸਿੱਖੀ ਜਜ਼ਬੇ ਕੈਸਟ ਤੋਂ ਵਾਦਾ ਅਗਲੀ ਆਉਣ ਵਾਲੀ ਕੈਸਟ ਦਾ ਨਾਮ ਹੈ ਪੁੱਤਰਾਂ ਦਾ ਦਾਨੀ। ਉਹਦੇ ਵਿੱਚ ਕੌਮ ਦੇ ਮਹਾਨ ਯੋਧੇ ਪੀਰ ਬਦਰਦੀਨ ਪੀਰ ਬੁੱਧੂ ਸ਼ਾਹ ਦਾ ਇਤਿਹਾਸ ਇਹ ਸੁਭਰਾਵਾਂ ਵਾਲਾ ਜਥਾ ਤੁਹਾਡੀ ਨਜ਼ਰ ਕਰੇਗਾ। ਆਓ ਆਗਿਆ ਦਿਓ ਕਵੀਸ਼ਰ ਅਮਰਜੀਤ ਸਿੰਘ ਸੁਭਰਾ ਔਰ ਸਾਥੀਆਂ ਨੂੰ
ਸੁਝਾਅ ਭੇਜਣ ਵਾਸਤੇ ਸਾਡੇ ਫੋਨ ਨੰਬਰ ਨੋਟ ਕਰੋ 9815 99137 98157 और 69 983 अगला 30